मेरा प्रेम विआह है ना। हाँ जी, वो मेरी लाइफ ਦੇ ਵਿੱਚ ਮੇਰੇ ਕਾਲਜ ਦੇ ਵਿੱਚ ਕੋਚ ਬਣ ਕੇ ਆਏ ਸੀ, ਸਾਨੂੰ ਨਾਟਕ ਕਰਵਾਉਣ ਆਏ ਸੀ ਤੇ ਮੈਨੂੰ ਪਤਾ ਵੀ ਨਹੀਂ ਸੀ ਹੁੰਦਾ ਉਸ ਟਾਈਮ ਕਿ ਐਮਏ ਥੀਏਟਰ ਵੀ ਕੋਈ ਚੀਜ਼ ਹੁੰਦੀ ਹੈ। ਤੇ ਮੈਂ ਉਹਨਾਂ ਨੂੰ ਅਪਰੋਚ ਕੀਤੀ, ਉਹ ਕਹਿੰਦੇ ਨਹੀਂ ਨਹੀਂ ਵੀ ਇੱਕ ਕਰੈਕਟਰ ਰਹਿ ਗਿਆ ਜਿਹੜਾ ਬਹੁਤ ਬਜ਼ੁਰਗ ਔਰਤ ਦਾ ਹੈ ਨਾ। ਤੇ ਮੈਂ ਕਿਹਾ ਫਿਰ ਕੀ ਹੋ ਗਿਆ, ਮੈਂ ਉਹ ਕਰਾਂਗੀ। ਉਹ ਕਹਿੰਦੇ ਨਹੀਂ ਤੇਰੀ ਉਮਰ ਤਾਂ ਹੀਰੋਇਨ ਦੀ ਹੈ। ਤੇ ਮੈਂ ਕਿਹਾ ਫਿਰ ਠੀਕ ਹੈ, ਹੀਰੋਇਨ ਤੁਸੀਂ ਹੁਣ ਲੈਣਾ ਨਹੀਂ, ਤੁਹਾਡੇ ਕੋਲ ਕਰੈਕਟਰ ਨਹੀਂ ਹੈਗਾ ਤੇ ਤੁਸੀਂ ਮੇਰੇ ਤੋਂ ਉਹ ਕਰਵਾਓ। ਉਹ ਕਹਿੰਦੇ ਨਹੀਂ ਵੀ ਉਹ ਬਹੁਤ ਫਿਲਮ ਇੰਡਸਟਰੀ ਦੇ ਬਾਲੀਵੁੱਡ ਦੇ ਬਹੁਤ ਵੱਡੇ ਐਕਟਰ ਨੇ ਹੈ ਨਾ, ਤੁਸੀਂ ਉਹਨਾਂ ਨਾਲ ਨਿਭਾਵਾਂਗੇ। ਤੇ ਮੈਂ ਬੜਾ ਕੌਨਫੀਡੈਂਸਲੀ ਕਿਹਾ ਕਿ ਹਾਂ ਮੈਂ ਨਿਭਾਉਂਗੀ। ਤੇ ਮੈਨੂੰ ਲੱਗਦਾ ਸਾਡਾ ਅੱਧਾ ਅੱਧਾ ਫਰਕ ਸੀ ਉਸ ਟਾਈਮ। ਤੇ ਮੈਂ ਉਹ ਕਰੈਕਟਰ ਕੀਤਾ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਤੇ ਮੈਂ ਵੀ ਅੱਜ ਜਦੋਂ ਦੇਖਦੀ ਹਾਂ ਤੇ ਮੈਂ ਹੈਰਾਨ ਹੁੰਦੀ ਹਾਂ ਕਿ ਮੈਂ ਉਸ ਉਮਰ ਦੇ ਵਿੱਚ ਜਦੋਂ ਹਜੇ ਅਦਾਕਾਰੀ ਦਾ ਸਫ਼ਰ ਮੈਂ ਸ਼ੁਰੂ ਹੀ ਕੀਤਾ ਸੀ, ਐਮਏ ਥੀਏਟਰ ਕਰ ਰਹੀ ਸੀ ਹੈ ਨਾ। ਤੇ ਮੈਨੂੰ ਇੱਥੇ ਟੈਸਟ 'ਚ ਬਿਠਾਤਾ। ਮੈਨੂੰ ਮੈਨੂੰ ਤਾਂ ਕੁਛ ਆਉਂਦਾ ਨਹੀਂ, ਪਰ ਮੇਰਾ ਟੈਸਟ ਕਲੀਅਰ ਹੋ ਗਿਆ, ਫਿਰ ਇੰਟਰਵਿਊ ਕਲੀਅਰ ਹੋ ਗਈ, ਮੈਂ ਹਿੱਸਾ ਬਣ ਗਈ ਥੀਏਟਰ ਡਿਪਾਰਟਮੈਂਟ ਦਾ। ਤੇ ਆਪਣੇ ਹਸਬੈਂਡ ਦੀ ਬਦੌਲਤ ਮੈਂ ਇਸ ਲਾਈਨ 'ਚ ਆ ਗਈ। ਉਹ ਮੈਨੂੰ ਇੱਥੇ ਛੱਡ ਗਏ ਸਮੁੰਦਰ ਦੇ ਵਿੱਚ ਵੀ ਤੂੰ ਆਪੇ ਪੈਰ ਮਾਰ ਕੇ ਤੈਰਨਾ ਸਿੱਖ ਹੁਣ। ਤੇ ਮੇਰੀ ਵੀ ਜਿੱਦ ਸੀ ਕਿ ਮੈਂ ਉੱਥੇ ਹੀ ਕਰਵਾਉਣਾ ਹੈ, ਪਰ ਪੇਰੈਂਟਸ ਕਹਿੰਦੇ ਸੀ ਵੀ ਨਹੀਂ ਤੂੰ ਸਾਡੇ ਕਿਸੇ ਤੋਂ ਵਿਆਹ ਕਰਾ ਲੈ, ਵੀ ਇਹਨੂੰ ਫਰੈਂਡ ਬਣਾ ਕੇ ਰੱਖ ਲੈ। ਮੈਂ ਕਹਿੰਦੀ ਸੀ ਨਹੀਂ ਵੀ ਮੈਂ ਮੈਰਿਜ ਉੱਥੇ ਕਰਨੀ ਹੈ। ਸੋ ਇਸ ਉਹਨਾਂ ਨੂੰ ਮਨਾਉਣ ਦੇ ਵਿੱਚ ਮੈਨੂੰ 5.5 ਸਾਲ ਲੱਗੇ। 2 ਵਜੇ ਆ ਰਹੀ ਹਾਂ, ਮੈਂ ਕਿਵੇਂ ਆ ਰਹੀ ਹਾਂ, ਕਿਹਦੇ ਨਾਲ ਆ ਰਹੀ ਹਾਂ, ਕਦੇ ਉਸ ਬੰਦੇ ਨੇ ਮੈਨੂੰ ਪੁੱਛਿਆ ਨਹੀਂ, ਮੈਂ ਕਿਸੇ ਨੂੰ ਜਵਾਬ ਦੇ ਨਹੀਂ ਸੀ। ਮੈਨੂੰ ਕਦੇ ਕਿਸੇ ਦੀ ਇਜਾਜ਼ਤ ਨਹੀਂ ਲੈਣੀ ਪਈ। ਸਹੁਰਿਆਂ 'ਚ ਹੁੰਦਾ ਨੇ ਕਿ ਪਹਿਲਾਂ ਸੱਸ ਨੂੰ ਪੁੱਛੋ, ਫਿਰ ਪਤੀ ਨੂੰ ਪੁੱਛੋ ਵੀ ਮੈਂ ਉੱਥੇ ਜਾਇਆ ਵਾਂ। ਇਹ ਇਜਾਜ਼ਤ ਲੈਣ ਵਾਲੀ ਜਿਹੜਾ ਸ਼ਬਦ ਹੈ ਉਹ ਮੇਰੀ ਡਿਕਸ਼ਨਰੀ 'ਚ ਹੀ ਨਹੀਂ ਹੈਗਾ। ਮੈਂ ਇੰਨੀ ਮਤਲਬ ਆਪ ਮੁਹਾਰੀ ਹੋ ਗਈ, ਕਈ ਵਾਰ ਮੈਨੂੰ ਲੱਗਦਾ ਵੀ ਮੈਂ ਹੁਣ ਕਦੇ ਪੁੱਛਦੀ ਹੋਈ ਨਹੀਂ। ਪਰ ਪਰ ਮੈਂ ਉਹ ਐਕਟਰੈਸ ਹਾਂ ਵੀ ਮੈਨੂੰ ਮੌਕਾ ਮਿਲਿਆ ਫਿਰ ਦੁਬਾਰਾ ਆਪਣੀ ਉਮਰ ਦੇ ਵੀ ਕਰਨ ਦਾ, ਆਪਣੀ ਉਮਰ ਤੋਂ ਛੋਟੇ ਵੀ ਕਰਨ ਦੀ ਜਿਹੜੀ ਇੱਕ ਖੁਆਇਸ਼ ਹੁੰਦੀ ਸੀ ਹੈ ਨਾ ਵੀ ਹਾਂ ਵੀ ਉੱਦਾਂ ਦੀ ਚੁਲਬਲੇ ਰੋਲ, ਉਹ ਇਸ਼ਕ ਵਿੱਚ ਪੈਣਾ ਕਿਸੇ ਦੇ ਹੈ ਨਾ, ਉਹ ਸ਼ਰਮਾਣਾ, ਉਹ ਬਜ਼ੁਰਗ ਰੋਲਸ ਦੇ ਵਿੱਚ ਨਹੀਂ ਮਿਲਦਾ ਹੈ ਨਾ। ਬਟ ਫਿਰ ਮੇਰੇ ਤੇ ਤਾਂ ਛਾਪ ਹੀ ਲੱਗ ਗਈ ਕਿ ਅਗਰ ਬੜੀ ਵਧੀਆ ਜੀ ਮਾਂ ਚਾਹੀਦੀ ਹੈ ਨਾ, ਬੜੀ ਵਿਚਾਰੀ ਸਾਊ ਜੀ ਅਨੀਤਾ ਮੀਤ ਨੂੰ ਆਪਣਾ ਗਰੀਬ ਹਮੇਸ਼ਾ ਹਰੇਕ ਫਿਲਮ ਦੇ ਸੈੱਟ ਤੇ ਜਾ ਕੇ ਹੁੰਦਾ ਵੀ ਯਾਰ ਹਾਇਆ ਸੜੇ ਜਿਹੇ ਸੂਟ ਮੈਂ ਹੀ ਪਾਉਣੇ, ਮੇਰੇ ਵਾਸਤੇ ਸੋਹਣੇ ਸੋਹਣੇ ਸੂਟ ਨਹੀਂ ਹੈਗੇ। ਮੈਂ ਐਡੀ ਅਣਖ ਵਾਲੀ ਔਰਤ ਸੀ ਪੁੱਤਰ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਤੋਂ ਦਾਲ ਦੀ ਕੌਲੀ ਨਹੀਂ ਮੰਗਣ ਗਈ ਤੇ ਤੂੰ ਮੈਨੂੰ ਨਸ਼ੇ ਮੰਗਣ ਲਾਤਾ। ਤੂੰ ਸਭ ਕੁਝ ਉਜਾੜਤਾ, ਜ਼ਮੀਨਾਂ ਵੇਚਤੀਆਂ, ਭੁੱਖਾਂ ਕੱਟਣ ਲਾਤਾ ਮਾਂ ਨੂੰ, ਕੁਛ ਨਹੀਂ ਬਚਿਆ। ਸੁਧਰ ਜਾ, ਸੁਧਰ ਜਾ, ਬਸ ਇੱਕ ਮਾਂ ਬਚੀ ਹੈ ਜੇ ਨਹੀਂ ਸ਼ਰਮ ਨਾਲ ਇਹਨੂੰ ਵੀ ਵੇਚ ਦੇ। 27 ਸਾਲ ਬਾਅਦ ਮਦਰ ਬਣੇ ਹੋ ਤੇ ਫਿਰ ਖੁਸ਼ੀਆਂ ਬਹੁਤ ਹੋਣੀਆਂ ਘਰ ਦੇ ਵਿੱਚ। ਹਾਂ ਬੇਟਾ ਬਹੁਤ। ਇਹ ਮੇਰੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਹਿੱਸਾ ਸੀ ਕਿ ਜਿਹੜਾ ਕਿਤੇ ਨਾ ਕਿਤੇ ਮੇਰਾ ਕੋਨਾ ਖਾਲੀ ਸੀ ਹੈ ਨਾ। ਮੈਂ ਬਹੁਤ ਜਦੋਂ ਕਿਤੇ ਸ਼ੂਟ 'ਤੇ ਜਾਂਦੀ ਆ ਔਰਤ ਕੋਈ, ਤਾਂ ਸਭ ਤੋਂ ਪਹਿਲਾਂ ਪਿੰਡਾਂ 'ਚ ਅਸੀਂ ਜਦੋਂ ਸ਼ੂਟ ਕਰਦੇ ਸੀ ਤਾਂ ਔਰਤਾਂ ਉੱਥੋਂ ਦੀਆਂ ਬੜੀਆਂ ਫਰੈਂਕ ਹੁੰਦੀਆਂ, ਭਾਈ ਤੇਰੇ ਕਿੰਨੇ ਜਵਾਕ ਹੈ ਜੇ ਕਹਿ ਦੇਣਾ ਵੀ ਨਹੀਂ ਲੈ ਦੱਸ ਜੇ ਆਹ ਛੱਡੇਂਗੀ ਸ਼ੂਟਿੰਗਾਂ ਕਰਨੀਆਂ ਤਾਂ ਹੀ ਜਵਾਕ ਹੋਣਗੇ, ਤੁਸੀਂ ਤੁਰੀਆਂ ਤਾਂ ਇੱਧਰ ਫਿਰਦੀਆਂ। ਮੈਨੂੰ ਮਦਰਸ ਦੇ ਕਰੈਕਟਰ ਕਰਨੇ ਮਿਲੇ ਹੈ ਨਾ, ਮੇਰੇ ਸਟੇਜ ਤੋਂ ਲੈ ਕੇ ਫਿਲਮ ਇੰਡਸਟਰੀ ਦੇ ਵਿੱਚ ਜਾਂ ਸੀਰੀਅਲਸ ਦੇ ਵਿੱਚ, ਉੱਥੇ ਵੀ ਬਹੁਤ ਕੁਛ ਸੁਣਨ ਨੂੰ ਮਿਲਿਆ। ਪਤਾ ਨਹੀਂ ਟੀਚਰਸ ਵੀ ਕਈ ਵਾਰੀ ਕਹਿ ਦਿੰਦੇ ਸੀ ਵੀ ਇਹਦੇ ਕਿਹੜਾ ਬੇਬੀ, ਇਹਨੂੰ ਕੀ ਪਤਾ ਹੈ ਨਾ ਵੀ ਮਦਰ ਕੀ ਹੁੰਦੀ ਹੈ। ਅਤੇ ਸ਼ਾਇਦ ਮੈਂ ਓਨੀ ਹੀ ਇੰਟੈਂਸਿਟੀ ਨਾਲ ਆਪਣੇ ਮਦਰਸ ਦੇ ਕਰੈਕਟਰ ਖੇਡ ਪਾਈ ਕਿਉਂਕਿ ਔਰਤ ਹਮੇਸ਼ਾ ਮਾਂ ਹੁੰਦੀ ਹੈ, ਚਾਹੇ ਉਹਨੇ ਬੱਚੇ ਨੂੰ ਜਨਮ ਦਿੱਤਾ ਚਾਹੇ ਨਹੀਂ ਦਿੱਤਾ। ਸੋ ਮੇਰੀ ਵਾਹਿਗੁਰੂ ਨੂੰ ਹਮੇਸ਼ਾ ਇੱਕੋ ਹੀ ਉਹ ਰਹਿੰਦੀ ਸੀ ਕਿ ਕਿਉਂ
ਮੈਂ ਕਿਉਂ ਮਾਂ ਨਹੀਂ ਹੈਗੀ। ਤੇ ਮੇਰੇ ਹਸਬੈਂਡ ਬਹੁਤ ਕੋਆਪਰੇਟ ਕਰਦੇ ਸੀ, ਤੂੰ ਇੰਨੇ ਬੱਚਿਆਂ ਦੀ ਮਾਂ ਹੈ, ਤੂੰ ਕਿਉਂ ਇਦਾਂ ਸੋਚਦੀ ਹੈ ਕਿ ਤੂੰ ਮਾਂ ਨਹੀਂ ਹੈਗੀ। ਪਰ ਕੋਈ ਕੋਨਾ ਸੀ ਜਿਹੜਾ ਖਾਲੀ ਸੀ, ਕਿ ਮੈਨੂੰ ਲੱਗਦਾ ਸੀ ਮੇਰੇ 'ਚ ਇਹੋ ਜਿਹੀ ਕੀ ਕਮੀ ਹੈ। ਸੋ ਵਾਹਿਗੁਰੂ ਨੇ 27 ਸਾਲਾਂ ਬਾਅਦ ਮੇਰੀ ਸੁਣੀ ਹੈ, ਮੇਰੀ ਝੋਲੀ ਭਰੀ ਹੈ, ਤੇ ਵਾਕਈ ਮੈਂ ਬਹੁਤ ਖੁਸ਼ ਹਾਂ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਅਣਜਾਣ ਮੁਲਕ ਦੇ ਵਿੱਚ ਆਪਣੇ 2 ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂ। ਮੈਂ ਇੱਕ ਟੁੱਟੇ ਜਿਹੇ ਘਰ ਵਿੱਚ 2 ਰਾਤਾਂ ਬਿਤਾਈਆਂ। ਬਰਫ਼ ਪੈ ਰਹੀ ਸੀ ਤੇ ਮੇਰੇ ਕੋਲ ਕੋਈ ਕੱਪੜਾ ਵੀ ਨਹੀਂ ਸੀ ਆਪਣੇ ਬੱਚਿਆਂ ਨੂੰ ਦੇਣ ਲਈ। ਮੈਂ ਉਹਨਾਂ ਨੂੰ ਸਾਰੀ ਰਾਤ ਆਪਣੀ ਬੁੱਕ 'ਚ ਲੈ ਕੇ ਬੈਠੀ ਰਹੀ। ਤੀਜੇ ਦਿਨ ਮੇਰਾ ਦਰਵਾਜ਼ਾ ਖੜਕਿਆ। ਮੈਂ ਹੌਲੀ ਹੌਲੀ ਉੱਠੀ। ਇਹ ਤੂਫਾਨ ਸੀ। ਮੈਂ ਡਿੱਗਦੀ ਡਰਦੀ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਗੁਆਂਢੀ ਦੇ ਘਰ ਪਹੁੰਚੀ। ਸਤਿ ਸ਼੍ਰੀ ਅਕਾਲ। ਬੋਲੀ ਹੌਲੀ ਬਾਬਾ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵੀਰਪਾਲ ਸ਼ੇਰਗਿੱਲ। ਅਕਸਰ ਹੀ ਅਸੀਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਦੀ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ, ਉਹਨਾਂ ਦੀ ਜ਼ਿੰਦਗੀ ਦੇ ਕੁਝ ਹਸੀਨ ਪਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੇ ਅੱਜ ਮੇਰੇ ਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਮੈਡਮ ਅਨੀਤਾ ਮੀਤ ਜੀ ਹੋਣਗੇ, ਤੇ ਇਹਨਾਂ ਦੀ ਜ਼ਿੰਦਗੀ ਤੇ ਕੁਝ ਨਜ਼ਰ ਮਾਰਾਂਗੇ, ਗੱਲਾਂ ਬਾਤਾਂ ਕਰਾਂਗੇ ਇਹਨਾਂ ਦੀ ਜ਼ਿੰਦਗੀ ਦੀਆਂ, ਤੇ ਜਾਣਾਂਗੇ ਕਿ ਕਦੋਂ ਸ਼ੁਰੂਆਤ ਹੁੰਦੀ ਹੈਗੀ ਪੰਜਾਬੀ ਇੰਡਸਟਰੀ ਦੇ ਵਿੱਚ, ਕਦੋਂ ਇਹ ਪੈਰ ਧਰਦੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਮ ਬਹੁਤ ਸਵਾਗਤ ਹੈ ਤੁਹਾਡਾ ਬੋਲੀ ਹੌਲੀ ਬਾਬਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਮੇਰੇ ਤੱਕ ਅਪਰੋਚ ਕੀਤੀ ਤੇ ਮੈਨੂੰ ਦੇਖਣ ਤੇ ਸੁਣਨ ਵਾਲਿਆਂ ਨੂੰ ਅਨੀਤਾ ਮੀਤ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਜੀ? ਬਿਲਕੁਲ ਠੀਕ ਰਾਜੇ, ਤੁਸੀਂ ਦੱਸੋ? ਬਿਲਕੁਲ ਜੀ, ਬਹੁਤ ਵਧੀਆ। ਤੇ ਮੈਮ ਜੇ ਮੈਂ ਗੱਲ ਕਰਾਂ ਕਿ ਅੱਜ ਕੱਲ੍ਹ ਕੀ ਚੱਲ ਰਿਹਾ ਜ਼ਿੰਦਗੀ ਦੇ ਵਿੱਚ, ਪਹਿਲਾਂ ਕਰੋਨਾ ਟਾਈਮ ਆਇਆ ਤੇ ਉਸ ਟਾਈਮ ਸਭ ਕੁਝ ਥੰਮ ਗਿਆ ਸੀ, ਤੇ ਵਾਪਸ ਹੁਣ ਕੀ ਸ਼ੁਰੂਆਤ ਕੀਤੀ ਹੈ ਤੁਸੀਂ? ਅਭਿਨੈ ਹੈ ਨਾ, ਅਦਾਕਾਰੀ ਹੈ ਨਾ, ਇੱਕ ਅਦਾਕਾਰ ਦੀ ਜ਼ਿੰਦਗੀ ਹੁੰਦੀ ਹੈ, ਉਹਦੇ ਬਿਨਾਂ ਅਸੀਂ ਅਧੂਰੇ ਹਾਂ। ਭਾਵੇਂ ਕਰੋਨਾ ਕਰਕੇ ਸਭ ਕੁਝ ਥੰਮ ਗਿਆ ਸੀ, ਪਰ ਕਹਿੰਦੇ ਆ ਨਾ ਕਿ ਦੁਨੀਆ ਵੀ ਇੱਕ ਰੰਗਮੰਚ ਹੈ। ਇੱਥੇ ਵੀ ਅਸੀਂ ਅਦਾਕਾਰ ਕਰਦੇ ਹੋਏ ਆਪਣਾ ਰੋਲ ਨਿਭਾਉਣ ਆਉਂਦੇ ਹਾਂ। ਤੇ ਸੋ ਫਿਰ ਫੈਮਿਲੀ 'ਚ ਜਿਹੜਾ ਪਰਮਾਤਮਾ ਨੇ ਸਾਨੂੰ ਰੋਲ ਅਦਾ ਕਰਨ ਲਈ ਭੇਜਿਆ ਉਹ ਨਿਭਾ ਰਹੇ ਸੀ, ਤੇ ਹੁਣ ਨਾਲ ਫਿਰ ਸਿਨੇਮਾ ਸ਼ੁਰੂ ਹੋ ਗਿਆ ਤੇ ਉਹਦੇ ਵਿੱਚ ਅਦਾਕਾਰੀ ਕਰ ਰਹੇ ਹਾਂ, ਤੇ ਇਹੀ ਜ਼ਿੰਦਗੀ ਹੈ। ਤੇ ਮੈਂ ਕਹਿਣਾ ਚਾਹਾਂਗੀ ਕਿ ਬਹੁਤ ਸੋਹਣੇ ਲੱਗ ਰਹੇ ਹੋ ਕਿ ਤੁਸੀਂ, ਤੇ ਜੇ ਆਪਾਂ ਫਿਲਮਾਂ 'ਚ ਅਕਸਰ ਤੁਹਾਨੂੰ ਬਜ਼ੁਰਗਾਂ ਦਾ ਰੋਲ ਜਾਂ ਫਿਰ ਮਾਤਾਵਾਂ ਦਾ ਰੋਲ ਕਰਦੇ ਦੇਖਿਆ ਹੈਗਾ, ਪਰ ਲੱਗਦਾ ਨਹੀਂ ਕਿ ਤੁਸੀਂ ਇੰਨੇ ਏਜਡ ਹੋ ਗਏ। ਥੈਂਕ ਯੂ ਫॉर ਕੰਪਲੀਮੈਂਟ ਵੀਰਪਾਲ। ਫਿਲਮਾਂ ਤੋਂ ਯਾਦ ਆਇਆ ਕਿ ਜਦੋਂ ਅਸੀਂ ਰੰਗਮੰਚ ਕਰਦੇ ਹਾਂ ਨਾ, ਉਹਦੇ ਵਿੱਚ ਕਦੇ ਨਹੀਂ ਹੁੰਦਾ ਕਿ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਹੁੰਦਾ ਵੀ ਅਦਾਕਾਰੀ ਕਰਨੀ ਆ, ਉਹਦੇ 'ਚ ਹੀਰੋਇਨ ਹੋ, ਮਦਰ ਹੋ, ਜਾਂ ਕੀ ਹੋ ਨਾ, ਛੋਟੀ ਉਮਰ 'ਚ ਤੁਸੀਂ ਮਾਵਾਂ ਦੇ ਰੋਲ ਕਰਦੇ ਹੋ। ਤੇ ਉੱਥੋਂ ਹੀ ਜਿਹੜਾ ਰੰਗਮੰਚ ਦਾ ਕਲਾਕਾਰ ਹੈ ਨਾ, ਉਹਦੇ 'ਚ ਹੁੰਦਾ ਕਿ ਮੈਂ ਅਦਾਕਾਰੀ ਕਰਨੀ ਹੈ। ਮੈਂ ਆਪਣੇ ਆਪ ਨੂੰ ਵੰਡਣਾ ਨਹੀਂ ਕਿ ਮੈਂ ਹੀਰੋਇਨ ਦਾ ਹੀ ਰੋਲ ਕਰਨਾ ਜਾਂ ਮਾਂ ਦਾ ਹੀ ਰੋਲ ਕਰਨਾ। ਤੇ ਉਹ ਮੇਰੇ 'ਚ ਵੀ ਸੀ ਸ਼ਾਇਦ, ਹੈ ਨਾ। ਜਦੋਂ ਸਿਨੇਮਾ ਸ਼ੁਰੂ ਹੋਇਆ, ਸੀਰੀਅਲ ਸ਼ੁਰੂ ਹੋਏ ਪਹਿਲਾਂ ਮੇਰੀ ਲਾਈਫ ਦੇ ਵਿੱਚ, ਤੇ ਸੁਖਵਿੰਦਰ ਧੰਜਲ ਜੀ ਹੈ ਨਾ ਅਲਫਾ TV ਲਈ ਸਰਹੱਦ ਕਰ ਰਹੇ ਸੀਗੇ, ਤੇ ਉੱਥੇ ਇੱਕ ਕਰੈਕਟਰ ਸੀਗਾ ਸੋਹੀ ਸਾਹਿਬ ਦੇ ਓਪੋਜ਼ਿਟ, ਉਹਨਾਂ ਦੀ ਵਾਈਫ ਦਾ। ਤੇ ਸਾਰੀ ਕਾਸਟਿੰਗ ਹੋ ਗਈ ਸੀ, ਮੈਂ ਉਸ ਦਿਨ ਨਹੀਂ ਸੀ ਜਿਸ ਦਿਨ ਆਡੀਸ਼ਨ ਸੀਗਾ। ਤੇ ਮੈਂ ਉਹਨਾਂ ਨੂੰ ਅਪਰੋਚ ਕੀਤੀ, ਉਹ ਕਹਿੰਦੇ ਨਹੀਂ ਵੀ ਇੱਕ ਕਰੈਕਟਰ ਰਹਿ ਗਿਆ ਜਿਹੜਾ ਬਹੁਤ ਬਜ਼ੁਰਗ ਔਰਤ ਦਾ ਹੈ ਨਾ। ਤੇ ਮੈਂ ਕਿਹਾ ਫਿਰ ਕੀ ਹੋ ਗਿਆ, ਮੈਂ ਉਹ ਕਰਾਂਗੀ। ਉਹ ਕਹਿੰਦੇ ਨਹੀਂ, ਤੇਰੀ ਉਮਰ ਤਾਂ ਹੀਰੋਇਨ ਦੀ ਹੈ। ਤੇ ਮੈਂ ਕਿਹਾ ਫਿਰ ਠੀਕ ਹੈ, ਹੀਰੋਇਨ ਤੁਸੀਂ ਹੁਣ ਲੈਣਾ ਨਹੀਂ, ਤੁਹਾਡੇ ਕੋਲ ਕਰੈਕਟਰ ਨਹੀਂ ਹੈਗਾ, ਤੇ ਤੁਸੀਂ ਮੇਰੇ ਤੋਂ ਕਰਵਾਓ। ਉਹ ਕਹਿੰਦੇ ਨਹੀਂ ਵੀ ਉਹ ਬਹੁਤ ਫਿਲਮ ਇੰਡਸਟਰੀ ਦੇ, ਬਾਲੀਵੁੱਡ ਦੇ ਬਹੁਤ ਵੱਡੇ ਐਕਟਰ ਨੇ, ਹੈ ਨਾ, ਤੁਸੀਂ ਉਹਨਾਂ ਨਾਲ ਨਿਭਾਵਾਂਗੇ। ਤੇ ਮੈਂ ਬੜਾ ਕੌਨਫੀਡੈਂਸਲੀ ਕਿਹਾ ਕਿ ਹਾਂ ਮੈਂ ਨਿਭਾਉਂਗੀ। ਤੇ ਮੈਨੂੰ ਲੱਗਦਾ ਸਾਡਾ ਅੱਧਾ ਫਰਕ ਸੀ ਉਸ ਟਾਈਮ। ਤੇ ਮੈਂ ਉਹ ਕਰੈਕਟਰ ਕੀਤਾ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਤੇ ਮੈਂ ਵੀ ਅੱਜ ਜਦੋਂ ਦੇਖਦੀ ਹਾਂ ਤੇ ਮੈਂ ਹੈਰਾਨ ਹੁੰਦੀ ਹਾਂ ਕਿ ਮੈਂ ਉਸ ਉਮਰ ਦੇ ਵਿੱਚ, ਜਦੋਂ ਹਜੇ ਅਦਾਕਾਰੀ ਦਾ ਸਫ਼ਰ ਮੈਂ ਸ਼ੁਰੂ ਹੀ ਕੀਤਾ ਸੀ, MA ਥੀਏਟਰ ਕਰ ਰਹੀ ਸੀ, ਹੈ ਨਾ, ਤੇ ਮੈਂ ਉਹਨਾਂ ਦੇ ਨਾਲ ਨਿਭੀ। ਤੇ ਸ਼ੁਕਰ ਹੈ ਸਟੇਜ ਦਾ ਤੇ ਉਸ ਪਰਮਾਤਮਾ ਦਾ, ਹੈ ਨਾ, ਕਿ ਮੈਂ ਕਰ ਪਾਈ। ਸੋ ਉੱਥੋਂ ਸ਼ੁਰੂ ਹੋ ਗਿਆ। ਫਿਰ ਅਸੀਂ ਕਦੇ ਦੇਖਿਆ ਹੀ ਨਹੀਂ ਕਿ ਮਾਵਾਂ ਦੇ ਰੋਲ ਮਿਲ ਰਹੇ ਆ, ਫਿਰ ਹੁੰਦਾ ਸੀ ਕਿ ਅਦਾਕਾਰੀ ਕਰਨੀ ਹੈ ਨਾ। ਇਹ ਹੁਣ ਲੋਕੀ ਅਵੇਅਰ ਹੋ ਗਏ। ਤੇ ਜਿਵੇਂ ਗੱਲ ਕਰਾਂ ਸ਼ੁਰੂਆਤ ਦੀ, ਤਾਂ ਸ਼ੁਰੂਆਤ ਕਿੰਨੀ ਉਮਰ ਦੇ ਵਿੱਚ ਕੀਤੀ ਹੈ ਤੁਸੀਂ, ਤੇ ਕਿਵੇਂ ਸ਼ੌਂਕ ਪੈਂਦਾ ਗਾ ਕਿ ਮੈਂ ਥੀਏਟਰ ਲਾਈਨ ਦੇ ਵਿੱਚ ਜਾਂ ਫਿਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਾ? ਮੈਂ ਰਾਜੇ ਇਸ ਇੰਡਸਟਰੀ ਦਾ ਹਿੱਸਾ ਨਹੀਂ ਸੀ, ਸ਼ਾਇਦ ਨਾ ਹੁੰਦੀ ਜੇ ਮੇਰੀ ਲਾਈਫ ਦੇ ਵਿੱਚ ਗੁਰਮੀਤ ਮੀਤ ਜਿਹੜੇ ਕਿ ਮੇਰੇ ਸ਼ਰੀਕ ਹਯਾਤ ਨੇ, ਮੇਰੇ ਲਾਈਫ ਪਾਰਟਨਰ ਨੇ, ਉਹ ਨਾ ਹੁੰਦੇ। ਮੇਰਾ ਪ੍ਰੇਮ ਵਿਆਹ ਹੈ ਨਾ, ਹਾਂਜੀ, ਉਹ ਮੇਰੀ ਲਾਈਫ ਦੇ ਵਿੱਚ, ਮੇਰੇ ਕਾਲਜ ਦੇ ਵਿੱਚ
ਕੋਚ ਬਣ ਕੇ ਆਏ ਸੀ, ਸਾਨੂੰ ਨਾਟਕ ਕਰਵਾਉਣ ਆਏ ਸੀ। ਤੇ ਮੈਨੂੰ ਪਤਾ ਵੀ ਨਹੀਂ ਸੀ ਹੁੰਦਾ ਉਸ ਟਾਈਮ ਕਿ ਐਮਏ ਥੀਏਟਰ ਵੀ ਕੋਈ ਚੀਜ਼ ਹੁੰਦੀ ਹੈ। ਸਾਨੂੰ ਤਾਂ ਇਹੀ ਪਤਾ ਹੁੰਦਾ ਸੀ ਕਿ ਬੀਐਡ ਕਰੋ, ਟੀਚਰ ਬਣ ਜਾਓ, ਤੇ ਉਹ ਐਮਏ ਹਿਸਟਰੀ ਹੁੰਦੀ ਹੈ, ਜੋ ਹੈ ਨਾ ਲਿਟਰੇਚਰ ਹੁੰਦਾ, ਇਹ ਉਹ ਇਹ ਨਹੀਂ ਸੀ ਨੌਲੇਜ। ਪਰ ਜਿਵੇਂ ਹੀ ਮੈਂ ਉਹਨਾਂ ਦੇ ਸੰਪਰਕ 'ਚ ਆਈ, ਸਾਡਾ ਪ੍ਰੇਮ ਹੋਇਆ, ਫਿਰ ਮੈਰਿਜ ਤੱਕ ਗੱਲ ਚੱਲੀ, ਸਟਰਗਲ ਹੋਈ 5 ਸਾਲ ਦੀ, ਹੈ ਨਾ। ਫਿਰ ਮੈਰਿਜ ਹੋਈ। ਉਦੋਂ ਤੱਕ ਵੀ ਮੈਨੂੰ ਨਹੀਂ ਸੀ ਕਿ ਮੈਂ ਕੁਝ ਕਰਾਂਗੀ ਇਸ ਲਾਈਨ 'ਚ। ਅਤੇ ਜਦੋਂ ਹੀ ਮੇਰੀ ਮੈਰਿਜ ਹੋਈ ਤਾਂ 6 ਮਹੀਨੇ ਬਾਅਦ ਅਸੀਂ ਇੱਥੇ ਪਟਿਆਲੇ ਆਏ। ਮੈਨੂੰ ਬਿਨਾਂ ਦੱਸੇ ਉਹਨਾਂ ਨੇ ਕਦੋਂ ਮੇਰਾ ਫਾਰਮ ਫਿਲ ਕੀਤਾ ਐਮਏ ਥੀਏਟਰ ਦੇ ਵਿੱਚ, ਅਤੇ ਮੈਨੂੰ ਇੱਥੇ ਟੈਸਟ 'ਚ ਬਿਠਾ ਦਿੱਤਾ। ਮੈਨੂੰ ਮੈਨੂੰ ਤਾਂ ਕੁਛ ਆਉਂਦਾ ਨਹੀਂ, ਪਰ ਮੇਰਾ ਟੈਸਟ ਕਲੀਅਰ ਹੋ ਗਿਆ, ਫਿਰ ਇੰਟਰਵਿਊ ਕਲੀਅਰ ਹੋ ਗਈ, ਮੈਂ ਹਿੱਸਾ ਬਣ ਗਈ ਥੀਏਟਰ ਡਿਪਾਰਟਮੈਂਟ ਦਾ। ਅਤੇ ਆਪਣੇ ਹਸਬੈਂਡ ਦੀ ਬਦੌਲਤ ਮੈਂ ਇਸ ਲਾਈਨ 'ਚ ਆ ਗਈ। ਉਹ ਮੈਨੂੰ ਇੱਥੇ ਛੱਡ ਗਏ ਸਮੁੰਦਰ ਦੇ ਵਿੱਚ ਵੀ ਤੂੰ ਆਪੇ ਪੈਰ ਮਾਰ ਕੇ ਤੈਰਨਾ ਸਿੱਖ ਹੁਣ। ਅਤੇ ਮੇਰਾ ਇਹ ਬੇਸ ਨਹੀਂ ਸੀ, ਹੈ ਨਾ, ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ। ਬਟ ਮੇਰੇ ਹਸਬੈਂਡ ਐਮਏ ਥੀਏਟਰ ਸੀ, ਉਹ ਮੇਰੇ ਪਿੱਛੇ ਹੋ ਗਏ ਉਸ ਟਾਈਮ। ਉਹ ਕਹਿੰਦੇ ਮੈਰਿਜ ਕਰਕੇ ਉਹਨਾਂ ਨੇ ਕੀ ਕੀਤਾ ਕਿ ਐਮਏ ਪੰਜਾਬੀ ਸੀਗੇ, PhD ਪੰਜਾਬੀ ਸੀ। ਉਹਨਾਂ ਨੇ ਮੁੰਡਾ ਹੋਰ ਕੀ ਕਰਦਾ, ਨਾਟਕ ਤਾਂ ਕਰਦਾ, ਹੋਰ ਕੀ ਕਰਦਾ ਹੈ। ਸੋ ਉਹਨਾਂ ਨੇ ਲੈਕਚਰਸ਼ਿਪ ਜੁਆਇਨ ਕਰ ਲਈ ਅਤੇ ਮੈਨੂੰ ਇਸ ਲਾਈਨ 'ਚ ਭੇਜਤਾ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਮੈਂ ਤੇਰੇ 'ਚੋਂ ਆਪਣੇ ਖਾਬਾਂ ਦੀ ਪੂਰਤੀ ਕਰਨੀ ਹੈ, ਮੇਰੇ ਸੁਪਨਿਆਂ ਨੂੰ ਤੂੰ ਪੂਰੇ ਕਰਨਾ ਹੈ। ਅਤੇ ਮੈਂ ਇਸ ਰਾਹ ਦੇ ਉੱਤੇ ਨੰਗੇ ਪੈਰੀ ਤੁਰ ਪਈ, ਜਦ ਕਿ ਮੈਨੂੰ ਕੁਛ ਨਹੀਂ ਸੀ ਪਤਾ ਮੈਂ ਕਿੱਥੇ ਜਾਣਾ। ਮੈਂ ਖੁਦ ਹੱਥ ਪੈਰ ਮਾਰ ਕੇ ਤੈਰਨਾ ਸਿੱਖਿਆ ਅਤੇ ਛੋਟਾ ਜਿਹਾ ਹਿੱਸਾ ਇਸ ਫਿਲਮ ਇੰਡਸਟਰੀ ਦਾ ਬਣ ਗਈ ਹਾਂ। ਬਹੁਤ ਵੱਡਾ ਨਾਮ ਬਣ ਗਿਆ ਅਨੀਤਾ ਮੀਤ ਦਾ ਪੰਜਾਬੀ ਇੰਡਸਟਰੀ ਦੇ ਵਿੱਚ, ਜੇਕਰ ਆਪਾਂ ਗੱਲ ਕਰੀਏ। ਅਤੇ ਜਿਵੇਂ ਤੁਸੀਂ ਆਪਾਂ ਨੂੰ ਕਿਹਾ ਗਾ ਕਿ ਹਸਬੈਂਡ ਪ੍ਰੇਮ ਵਿਆਹ ਸੀਗਾ, ਅਤੇ ਪਰਿਵਾਰ ਵਾਲੇ ਵੀ ਕਹਿੰਦੇ ਹੋਣੇ ਆ ਕਿ ਮੁੰਡਾ ਨਾਟਕ ਕਰਦਾ, ਅਤੇ ਕਿਤੇ ਤੇਰੇ ਨਾਲ ਹੀ ਨਾ ਨਾਟਕ ਕਰ ਜੇ, ਮੰਨ ਗਏ ਸੀ ਈਜ਼ੀਲੀ? ਨਹੀਂ, ਬਿਲਕੁਲ ਨਹੀਂ ਮੰਨੇ। 6 ਸਾਲ ਮੇਰੀ ਫੈਮਿਲੀ, ਮੈਂ ਸਰਹੰਦ ਤੋਂ ਬਿਲੋਂਗ ਕਰਦੀ ਹਾਂ, ਇੰਡਸਟਰੀਲਿਸਟ ਫੈਮਿਲੀ ਹੈ ਮੇਰੀ, ਬਹੁਤ ਨਾਮਵਰ ਫੈਮਿਲੀ ਹੈ ਮੇਰੇ ਮਾਂ ਬਾਪ ਦੀ। ਅਤੇ ਮੈਂ ਪਹਿਲੀ ਕੁੜੀ, ਉਹਨਾਂ ਦਾ ਪਹਿਲਾ ਬੱਚਾ, ਪਲੇਠਾ ਬੱਚਾ। ਬੜੇ ਸ਼ੌਂਕ ਹੁੰਦੇ ਆ ਖੈਰ ਮਾਂ ਪਿਓ ਨੂੰ ਵੀ, ਹੈ ਨਾ, ਪਰ ਕਹਿੰਦੇ ਆ ਨਾ ਇਸ਼ਕ ਜਦੋਂ ਸਿਰ 'ਤੇ ਚੜ੍ਹਦਾ ਉਦੋਂ ਫਿਰ ਕੁਛ ਵੀ ਹੋਰ ਸੁੱਝਦਾ ਨਹੀਂ। ਅਤੇ ਮੇਰੀ ਵੀ ਜਿੱਦ ਸੀ ਕਿ ਮੈਂ ਉੱਥੇ ਹੀ ਕਰਵਾਉਣਾ ਹੈ, ਪਰ ਪੇਰੈਂਟਸ ਕਹਿੰਦੇ ਸੀ ਵੀ ਨਹੀਂ, ਤੂੰ ਸਾਡੇ ਕਿਸੇ ਤੋਂ ਵਿਆਹ ਕਰਾ ਲੈ, ਵੀ ਇਹਨੂੰ ਫਰੈਂਡ ਬਣਾ ਕੇ ਰੱਖ ਲੈ। ਮੈਂ ਕਹਿੰਦੀ ਸੀ ਨਹੀਂ, ਵੀ ਮੈਂ ਮੈਰਿਜ ਉੱਥੇ ਕਰਾਉਣੀ ਹੈ। ਸੋ ਉਹਨਾਂ ਨੂੰ ਮਨਾਉਣ ਦੇ ਵਿੱਚ ਮੈਨੂੰ 5.5 ਸਾਲ ਲੱਗੇ, ਕਿਉਂਕਿ ਮੇਰੇ ਫਾਦਰ ਨੇ ਸੀਗਾ ਕਿ ਇਹ ਛੋਟੇ ਜਿਹੇ ਘਰ 'ਚ, ਮੇਰੇ ਹਸਬੈਂਡ ਸੈਲਫ ਮੇਡ ਪਰਿਵਾਰ 'ਚੋਂ ਹੈ, ਹੈ ਨਾ। ਇਹਨਾਂ ਦੇ ਫਾਦਰ ਬਹੁਤ ਬਚਪਨ 'ਚ ਚਲੇ ਗਏ ਸੀ। ਇਹ ਆਪਣੇ ਆਪ ਨੂੰ, ਇਹਨਾਂ ਨੇ ਆਪ ਪ੍ਰੋਫੈਸਰੀ ਤੱਕ ਲੈ ਕੇ ਆਏ ਹੈ, ਮਿਹਨਤ ਕਰਕੇ, ਕਿਤਾਬਾਂ ਲਿਖ ਕੇ, ਅਖਬਾਰਾਂ 'ਚ ਛਪ ਕੇ, ਰੇਡੀਓ ਦੇ ਪ੍ਰੋਗਰਾਮ ਕਰਕੇ। ਇਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਪ੍ਰੋਫੈਸਰ ਬਣਨਾ, ਅਤੇ ਇਹ ਬਣੇ, ਹੈ ਨਾ। ਅਤੇ ਮੈਨੂੰ ਸੀ ਕਿ ਮੁੰਡੇ ਨੇ ਮਿਹਨਤ ਕਰਕੇ ਇੱਥੇ ਤੱਕ ਆਇਆ ਅਤੇ ਮੈਨੂੰ ਜ਼ਿੰਦਗੀ 'ਚ ਧੋਖਾ ਨਹੀਂ ਦੇਗਾ। ਬਾਕੀ ਪੇਰੈਂਟਸ ਨੂੰ ਹਮੇਸ਼ਾ ਡਰ ਲੱਗਦਾ, ਪੇਰੈਂਟਸ ਆਪਣੀ ਥਾਂ 'ਤੇ ਠੀਕ ਹੁੰਦੇ ਆ, ਬਹੁਤ ਕੁਛ ਹੁੰਦਾ ਬੱਚਿਆਂ ਨਾਲ, ਹੈ ਨਾ। ਅਤੇ 5.5 ਸਾਲ ਲੱਗ ਗਏ ਜੀ ਫਿਰ ਮਨਾਉਣ ਨੂੰ। ਫਿਰ ਮੰਨੇ, ਬਟ ਬੇਮਨੇ ਨਾਲ ਮੰਨੇ ਉਸ ਟਾਈਮ, ਕਿਉਂਕਿ ਉਸ ਟਾਈਮ ਵੀ ਉਹਨਾਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਕੁੜੀ ਨਾਲ ਕੀ ਹੋ ਜਾਣਾ। ਫਿਰ ਬੱਚਾ ਜਦੋਂ ਨਾ ਹੀ ਮੰਨੇ ਤਾਂ ਪੇਰੈਂਟਸ ਨੂੰ ਝੁਕਣਾ ਪੈਂਦਾ। ਪਰ ਥੈਂਕ ਗੋਡ, ਥੈਂਕਸ ਟੂ ਮੀਤ ਕਿ ਮੈਂ ਇਸ ਰਾਹ 'ਤੇ ਮੈਨੂੰ ਤੋਰਿਆ, ਅਤੇ ਉਸ ਬੰਦੇ ਨੇ ਮਤਲਬ ਮੇਰੇ ਪੈਰਾਂ ਥੱਲੇ ਆਪਣੇ ਹੱਥ ਦੇ ਕੇ ਮੇਰਾ ਸਾਥ ਦਿੱਤਾ। ਮੈਂ ਰਾਤਾਂ ਨੂੰ ਸਟਰਗਲ ਕਰਨ ਜਾਂਦੀ ਸੀ। ਮੈਂ ਦੂਰਦਰਸ਼ਨ 'ਤੇ ਕੰਮ ਕੀਤਾ। ਮੈਂ 2 ਵਜੇ ਆ ਰਹੀ ਹਾਂ, ਮੈਂ ਕਿਵੇਂ ਆ ਰਹੀ ਹਾਂ, ਕਿਹਦੇ ਨਾਲ ਆ ਰਹੀ ਹਾਂ, ਕਦੇ ਉਸ ਬੰਦੇ ਨੇ ਮੈਨੂੰ ਪੁੱਛਿਆ ਨਹੀਂ। ਮੈਂ ਕਿਸੇ ਨੂੰ ਜਵਾਬ ਦੇ ਨਹੀਂ ਸੀ। ਮੈਨੂੰ ਕਦੇ ਕਿਸੇ ਦੀ ਇਜਾਜ਼ਤ ਨਹੀਂ ਲੈਣੀ ਪਈ। ਸਹੁਰਿਆਂ 'ਚ ਹੁੰਦਾ ਨੇ ਕਿ ਪਹਿਲਾਂ ਸੱਸ ਨੂੰ ਪੁੱਛੋ, ਫਿਰ ਪਤੀ ਨੂੰ ਪੁੱਛੋ ਵੀ ਮੈਂ ਉੱਥੇ ਜਾ ਆਵਾਂ। ਇਹ ਇਜਾਜ਼ਤ ਲੈਣ ਵਾਲੀ ਜਿਹੜਾ ਸ਼ਬਦ ਹੈ ਉਹ ਮੇਰੀ ਡਿਕਸ਼ਨਰੀ 'ਚ ਹੀ ਨਹੀਂ ਹੈਗਾ। ਮੈਂ ਇੰਨੀ ਮਤਲਬ ਆਪ ਮੁਹਾਰੀ ਹੋ ਗਈ, ਕਈ ਵਾਰ ਮੈਨੂੰ ਲੱਗਦਾ ਵੀ ਮੈਂ ਹੁਣ ਕਦੇ ਪੁੱਛਦੀ ਹੋਈ ਨਹੀਂ। ਪਰ ਉਹਨਾਂ ਨੇ ਮੈਨੂੰ ਇੱਦਾਂ ਇੰਡੀਪੈਂਡੈਂਟ ਬਣਾਇਆ, ਮਤਲਬ ਕਿ ਮੈਂ ਕਦੇ ਨਹੀਂ ਪੁੱਛਿਆ। ਬਸ ਮੈਂ ਜੇ ਸਵੇਰੇ ਜਾਣਾ ਹੈ, ਅਤੇ ਅੱਧੀ ਰਾਤ ਵੀ ਮੈਨੂੰ ਫੋਨ ਆਇਆ, ਹੈ ਨਾ, ਅਤੇ ਮੈਂ ਸਵੇਰੇ ਜਾਣ ਲੱਗੇ ਤਿਆਰ ਹੋ ਕੇ ਹੌਲੀ ਦੇ ਕੇ ਕੰਨ 'ਚ ਕਹਿ ਦਿੰਦੀ ਸੀ ਕਿ ਮੈਂ ਸ਼ੂਟਿੰਗ 'ਤੇ ਚੱਲੀ ਹਾਂ, ਮੈਂ ਜਾ ਕੇ ਫੋਨ ਕਰੂੰਗੀ, ਮੈਂ ਕਿੰਨੇ ਦਿਨ ਰਹਿਣਾ, ਕਿੰਨੇ ਦਿਨ ਨਹੀਂ। ਅਤੇ ਇਹ ਉਹ ਬੰਦਾ ਹੈ ਜਿਨ੍ਹਾਂ ਨੇ ਮੈਰਿਜ ਤੋਂ ਬਾਅਦ ਵੀ 2-2 ਮਹੀਨੇ ਫਾਕੇ ਕੱਟੇ ਮੇਰੇ ਲਈ, ਕਿ ਸਟਰਗਲ ਕਰ ਰਹੀ ਹੈ, ਕਿਉਂਕਿ ਮੈਂ ਪੜ੍ਹੀ ਮੈਰਿਜ ਤੋਂ ਬਾਅਦ ਹਾਂ, ਐਮਏ ਥੀਏਟਰ ਉਹਨੇ ਬਾਅਦ 'ਚ ਕੀਤੀ ਹੈ। ਸੋ ਅੱਜ ਮੈਂ ਜਿੱਥੇ ਖੜ੍ਹੀ ਹਾਂ, ਜਿਵੇਂ ਖੜ੍ਹੀ ਹਾਂ, ਜਿੰਨਾ ਕੁ ਮੇਰਾ ਨਾਂ ਹੈ, ਜੇ ਉਹਦੇ ਪਿੱਛੇ ਕਿਸੇ ਦਾ ਵੀ ਹੱਥ ਹੈ ਤਾਂ ਉਹ ਮੇਰੇ ਹਸਬੈਂਡ ਦਾ ਹੱਥ ਹੈ, ਮੀਤ ਦਾ ਹੱਥ ਹੈ, ਜਿਹੜੇ ਕਿ ਉਸ ਟਾਈਮ ਆਪ ਬਹੁਤ ਵੱਡੇ ਮੁਕਾਮ 'ਤੇ ਸੀਗੇ, ਬਹੁਤ ਵੱਡੇ ਸ਼ਾਇਰ ਨੇ, ਹੈ ਨਾ। ਅਤੇ ਅੱਜ ਇੰਡਸਟਰੀ 'ਚ ਇਹਨਾਂ ਦਾ ਵੀ ਬਹੁਤ ਨਾਂ ਹੋ ਸਕਦਾ ਸੀ, ਕਿਉਂਕਿ ਇਹ ਬੈਕ ਸਟੇਜ ਕੰਮ ਕਰਨ ਬੰਬੇ ਚਲੇ ਗਏ ਸੀ, ਪਰ ਮੈਰਿਜ ਕਰਕੇ ਵਾਪਸ ਆਉਣਾ ਪਿਆ। ਅਤੇ ਸੋ ਉਹਨਾਂ ਨੇ ਮੇਰੇ 'ਚੋਂ ਆਪਣੀ ਪੂਰਤੀ ਕੀਤੀ, ਮੈਨੂੰ ਅੱਗੇ ਕੀਤਾ, ਅਤੇ ਆਪ ਪਿੱਛੇ ਹੋ ਗਏ, ਹੈ ਨਾ, ਅਤੇ ਆਪ ਆਪਣੀ ਪ੍ਰੋਫੈਸਰੀ ਤੱਕ ਸੀਮਤ ਰਹਿ ਗਏ। ਸੋ ਇਸੇ ਕਰਕੇ ਮੈਂ ਅਨੀਤਾ ਤੋਂ ਅਨੀਤਾ ਮੀਤ ਬਣ ਗਈ, ਤਾਂ ਕਿ ਜੇ ਕੋਈ ਮੈਨੂੰ ਯਾਦ ਕਰੇ ਮੈਨੂੰ ਕੱਲ੍ਹ ਨੂੰ, ਅਤੇ ਮੀਤ ਹਮੇਸ਼ਾ ਨਾਲ ਯਾਦ ਰਵੇ। ਹਸਬੈਂਡ ਦਾ ਨਾਮ ਨਾਲ ਜ਼ਰੂਰ ਹੈ, ਇਹ ਨਿਕਨੇਮ ਹੈ ਉਹਨਾਂ ਦਾ, ਮੀਤ, ਗੁਰਮੀਤ ਮੀਤ। ਤਖੱਲਸ ਵੀ ਹੈ, ਉਹ ਲਿਖਦੇ ਸੀ ਗੁਰਮੀਤ ਦੇ ਨਾਲ ਹੀ। ਸੋ
ਅਨੀਤਾ ਮੀਤ ਇੱਦਾਂ ਬਣ ਗਈ ਹੈ। ਬਿਲਕੁਲ। ਤੇ ਜੇ ਆਪਾਂ ਗੱਲ ਕਰੀਏ ਕਿ ਪ੍ਰੋਫੈਸ਼ਨਲ ਤੌਰ ਤੇ ਕਿਹੜਾ ਐਸਾ ਨਾਟਕ ਜਾਂ ਕਿਹੜੀ ਫਿਲਮ ਸੀਗੀ ਪਹਿਲੀ ਜਿੱਥੇ ਅਨੀਤਾ ਮੀਤ ਨੇ ਪਹਿਲੀ ਵਾਰ ਜਦੋਂ ਸਟੇਜ ਤੇ ਪਰਫਾਰਮ ਕੀਤਾ ਤੇ ਵਾਹੋ ਵਾਹੀ ਖੱਟੀ? ਜਿਵੇਂ ਰਾਜੇ ਮੈਂ ਦੱਸਿਆ ਕਿ ਮੇਰਾ ਇਹ ਫੀਲਡ ਨਹੀਂ ਸੀ ਹੈ ਨਾ, ਮੈਂ ਅਦਾਕਾਰੀ ਕਦੇ ਕੀਤੀ ਨਹੀਂ ਸੀ। ਜਦੋਂ ਮੈਂ ਡਿਪਾਰਟਮੈਂਟ 'ਚ ਵੀ ਪਹਿਲੀ ਵਾਰ ਆਈ ਤਾਂ ਉਹਨਾਂ ਨੇ ਮੇਰੀ ਇੰਟਰਵਿਊ ਰੱਖੀ। ਬਲਰਾਜ ਪੰਡਿਤ ਜੀ ਬਹੁਤ ਵੱਡੀ ਹਸਤੀ ਰਹੇ ਨੇ NST ਦੀ, ਅਤੇ ਸਾਡੇ ਇੱਥੇ ਪ੍ਰੋਫੈਸਰ ਸੀਗੇ। ਮੈਂ ਉਹਨਾਂ ਨੇ ਮੈਨੂੰ ਕਿਹਾ ਕਿ ਕੁਛ ਆਪਣਾ ਨਾਟਕ ਕੁਛ ਤੁਹਾਨੂੰ ਯਾਦ ਹੈ, ਕੁਛ ਡਾਇਲੋਗ ਬੋਲ ਕੇ ਦਿਖਾਓ। ਅਤੇ ਮੈਂ ਕਿਹਾ ਸਰ ਵੀ ਮੈਨੂੰ ਤਾਂ ਆਉਂਦੇ ਨਹੀਂ, ਮੈਂ ਤਾਂ ਕਦੇ ਨਾਟਕ ਨਹੀਂ ਕੀਤਾ। ਉਸ ਟਾਈਮ ਤੱਕ ਮੈਂ ਕਦੇ ਕੋਈ ਨਾਟਕ ਲਈ ਸਟੇਜ 'ਤੇ ਨਹੀਂ ਸੀ ਚੜ੍ਹੀ। ਡਾਂਸ ਬਹੁਤ ਕੀਤਾ ਸੀ ਹੈ ਨਾ, ਹਾਂ, ਹਰਿਆਣਵੀ, ਰਾਜਸਥਾਨੀ, ਹਿਮਾਚਲੀ, ਉੱਥੋਂ ਦੀਆਂ ਹੀ ਕੁੜੀਆਂ ਨੂੰ ਹਰਾਇਆ ਸੀ। ਡਾਂਸ 'ਚ ਮੈਂ ਬਹੁਤ ਮਤਲਬ ਪਰਫੈਕਟ ਸੀ। ਅਤੇ ਫਿਰ ਉਹ ਕਹਿੰਦੇ ਤੁਸੀਂ ਕੀ ਕੀਤਾ? ਮੈਂ ਕਿਹਾ ਡਾਂਸ ਕੀਤਾ। ਉਹ ਕਹਿੰਦੇ ਚਲੋ ਤੁਸੀਂ ਡਾਂਸ ਰਾਹੀਂ ਆਪਣੀ ਅਦਾਕਾਰੀ, ਉਹ ਵੀ ਇੱਕ ਐਕਸਪ੍ਰੈਸ਼ਨਸ ਹੁੰਦੇ ਹੈ ਨਾ। ਅਤੇ ਦੈਨ ਇੱਕ ਸੌਂਗ ਸੀ ਅਤੇ ਮੈਂ ਉਹਨਾਂ ਨੂੰ ਕੁਛ ਐਕਸਪ੍ਰੈਸ਼ਨਸ ਆਪਣੇ ਦਿੱਤੇ। ਉਹ ਕਹਿੰਦੇ ਬਸ ਇਹੀ ਤਾਂ ਅਦਾਕਾਰੀ ਹੈ ਨਾ। ਅਤੇ ਉਹਨਾਂ ਨੇ ਫਿਰ ਇੱਕ ਕੰਪਲੀਮੈਂਟ ਦਿੱਤਾ ਕਿ डिपार्टमेंट में 10 साल बाद कोई एक्ट्रेस आई है। तो वो मेरे लिए बहुत वड्डी गल सी है ना। फिर मैं तुहानूं दस्सिया भी सरहद मैं कीता तां सोही साहब दे नाल मैनूं काम करन दा मौका मिलिया। ते जदों नैक टू नैक फाइट लोकां ने कहा कि बराबर दा कुड़ी ढुक रही है, ਤਾਂ ਉਹ ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਸੀ। ਤੇ ਜੇ ਮੈਂ ਗੱਲ ਕਰਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੈਂ ਆਪਣੀ ਏਜ ਤੋਂ ਤਕਰੀਬਨ 20 ਸਾਲ ਨੀਚੇ ਦੀ ਉਮਰ ਦਾ ਜਿਹੜਾ ਰੋਲ ਮੈਂ ਕੀਤਾ ਤੇ ਮੈਨੂੰ ਲੱਗ ਰਿਹਾ ਸੀ ਮੈਂ ਉਹੀ ਗੱਲ ਤੇ ਆ ਰਹੀ ਸੀਗੀ ਕਿ ਫਿਰ ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀ ਉਦੋਂ ਤੁਸੀਂ ਵੱਡੀ ਏਜ ਦੇ ਜਿਹੜੇ ਰੋਲ ਕੀਤੇ ਹੈਗੇ, ਉਦੋਂ ਇੱਦਾਂ ਨਹੀਂ ਸੀਗਾ ਕਿ ਮੈਂ ਤਾਂ ਹੀਰੋਇਨ ਬਣਨਾ ਹੈਗਾ ਤੇ ਮੈਂ ਹੁਣ ਇੱਥੇ ਬਜ਼ੁਰਗਾਂ ਦੇ ਰੋਲ ਕਰ ਰਹੀ ਹਾਂ? ਨਹੀਂ, ਜੋ ਉਸ ਟਾਈਮ ਨਾ ਇੱਦਾਂ ਨਹੀਂ ਸੀਗਾ। ਮੈਂ ਤੁਹਾਨੂੰ ਦੱਸਿਆ ਵੀ ਥੀਏਟਰ ਕਲਾਕਾਰ 'ਚ ਹੁੰਦਾ ਹੀ ਨਹੀਂ ਕਿ ਮੈਂ ਮੇਨ ਰੋਲ, ਮੇਰੇ 'ਚ ਤਾਂ ਪਤਾ ਨਹੀਂ ਸੀ, ਵੈਸੇ ਹੁੰਦਾ ਵੀ ਨਹੀਂ ਥੀਏਟਰ ਆਰਟਿਸਟ ਦੇ ਵਿੱਚ। ਉਹਨਾਂ ਨੂੰ ਹੁੰਦਾ ਮੈਂ ਅਦਾਕਾਰੀ ਕਰਨੀ ਹੈ, ਕਰੈਕਟਰ ਕਰਨਾ, ਕੋਈ ਵੀ ਹੋਵੇ, ਮੇਨ ਹੋਵੇ, ਛੋਟਾ ਹੋਵੇ, ਵੱਡਾ ਹੋਵੇ, ਹੈ ਨਾ। ਪਰ ਮੈਂ ਉਹ ਐਕਟਰੈਸ ਐਵੇਂ ਮੈਨੂੰ ਮੌਕਾ ਮਿਲਿਆ ਫਿਰ ਦੁਬਾਰਾ ਆਪਣੀ ਉਮਰ ਦੇ ਵੀ ਕਰਨ ਦਾ, ਆਪਣੀ ਉਮਰ ਤੋਂ ਛੋਟੇ ਵੀ ਕਰਨ ਦੀ, ਜਿਹੜੀ ਇੱਕ ਖੁਆਇਸ਼ ਹੁੰਦੀ ਸੀ ਹੈ ਨਾ ਵੀ ਹਾਂ ਵੀ ਉੱਦਾਂ ਦੀ ਚੁਲਬਲੇ ਰੋਲ, ਉਹ ਇਸ਼ਕ ਵਿੱਚ ਪੈਣਾ ਕਿਸੇ ਦੇ ਹੈ ਨਾ, ਉਹ ਸ਼ਰਮਾਣਾ, ਉਹ ਬਜ਼ੁਰਗ ਰੋਲਸ ਦੇ ਵਿੱਚ ਨਹੀਂ ਮਿਲਦਾ ਹੈ ਨਾ। ਪਰ ਮੈਨੂੰ ਮੌਕਾ ਮਿਲਿਆ ਉਹ ਕਰਨ ਦਾ ਹੈ ਨਾ। ਜਿਵੇਂ ਜੌਹਲ ਸਰ ਬਹੁਤ ਵੱਡੀ ਹਸਤੀ ਨੇ, ਲਖਵਿੰਦਰ ਜੌਹਲ ਜੀ ਹੈ ਨਾ, ਦੂਰਦਰਸ਼ਨ, ਅਤੇ ਉਹਨਾਂ ਨਾਲ ਮੈਂ ਜਿਹੜੀਆਂ ਕਹਾਣੀਆਂ ਕੀਤੀਆਂ ਉਹਨਾਂ 'ਚ ਮਦਰਸ ਦੇ ਰੋਲ ਕੀਤੇ। ਫਿਰ ਉਹ ਪਟਿਆਲਾ ਆ ਗਏ, ਉਹਨਾਂ ਨੇ ਇੱਕ ਇੱਥੇ ਸੀਰੀਅਲ ਕੀਤਾ, ਉਹਦੇ ਵਿੱਚ ਮੈਨੂੰ 18-20 ਸਾਲ ਦੀ ਕੁੜੀ ਬਣਾਇਆ ਉਹਨਾਂ ਨੇ। ਅਤੇ ਮੈਂ ਹੱਸਾਂ, ਮੈਂ ਕਿਹਾ ਸਰ ਮੈਂ ਕਿਹਾ ਮੈਂ ਜਿਨ੍ਹਾਂ ਨਾਲ ਉਹਨਾਂ ਦੀ ਕੋ ਐਕਟਰਸ ਰਹੀ ਹਾਂ ਵੀ ਉਹਨਾਂ ਦੀ ਮੈਨੂੰ ਬੇਟੀ ਬਣਾ ਰਹੇ ਹੋ। ਸੁਰਿੰਦਰ ਬਾਠ ਜੀ ਸੀ, ਸੀਮਾ ਕੌਸ਼ਲ ਮੇਰੇ ਮਦਰ ਸੀ ਉਹਦੇ 'ਚ। ਮੈਂ ਕਿਹਾ ਹੋ ਜਾਊਗਾ, ਮੈਂ ਕਿਹਾ ਸਹੀ ਸਰ ਵੀ ਇਹ ਤਾਂ ਧੱਕਾ ਹੈ। ਕਹਿੰਦੇ ਨਹੀਂ ਤੂੰ ਯੂ ਕੈਨ ਹੈ ਨਾ, ਵੀ ਤੁਸੀਂ ਜ਼ਰੂਰ ਕਰ ਲਓਗੇ। ਅਤੇ ਮੈਂ ਉਹ ਕੀਤਾ ਅਤੇ ਮੈਂ ਕਰ ਪਾਈ। ਮੈਂ ਦੇਖਿਆ, ਫਿਰ ਮੈਂ ਆਪਣੇ ਆਪ ਨੂੰ ਦੇਖਦੀ ਵੀ ਹਾਂ ਕਿ ਦੇਖਿਆ ਵੀ ਮੈਂ ਧੱਕਾ ਤਾਂ ਨਹੀਂ ਕਰ ਲਿਆ, ਵੀ ਲੱਗਦੀ ਵੀ ਹਾਂ। ਪਰ ਫਿਰ ਤੁਸੀਂ ਦੇਖੋ ਐਕਟਰ ਹੁੰਦਾ ਉਹ ਆਪਣੀ ਨੌਕ ਝੋਂਕ ਨਾਲ, ਆਪਣੀ ਸ਼ਰਾਰਤਾਂ ਨਾਲ ਆਪਣੇ ਨੂੰ ਬਚਪਨ 'ਚ ਵੀ ਲੈ ਜਾਂਦਾ, ਬੁਢਾਪੇ 'ਚ ਵੀ ਲੈ ਜਾਂਦਾ ਹੈ ਨਾ। ਇਹੀ ਅਦਾਕਾਰੀ ਹੈ। ਅਤੇ ਮੈਨੂੰ ਲੱਗਿਆ ਕਿ ਮੈਂ ਕਰ ਪਾਈ, ਪਤਾ ਨਹੀਂ 100% ਕਰ ਪਾਈ ਕਿ ਨਹੀਂ, ਪਰ ਮੈਂ ਆਪਣੇ ਵੱਲੋਂ 100% ਕੀਤਾ, ਸ਼ਾਇਦ 90% ਤਾਂ ਕਰ ਹੀ ਪਾਈ। ਜੇ ਮੈਂ ਗੱਲ ਕਰਾਂ, ਅਕਸਰ ਹੀ ਆਪਾਂ ਤੁਹਾਨੂੰ ਜ਼ਿਆਦਾਤਰ ਇਮੋਸ਼ਨਲ ਮਦਰਸ ਦੇ ਜਿਹੜੇ ਰੋਲ ਕਰਦੇ ਦੇਖਦੇ ਆਂਗੇ, ਅਤੇ ਉਹ ਕਿੱਦਾਂ ਹੁੰਦਾ ਹੈਗਾ ਕਿ ਤੁਹਾਨੂੰ ਇਮੋਸ਼ਨਲੀ ਹੀ ਕਿਉਂ ਅਪਰੋਚ ਕੀਤਾ ਜਾਂਦਾ? ਜ਼ਿਆਦਾਤਰ ਕਰੈਕਟਰਸ ਇਮੋਸ਼ਨਲ ਆਪਾਂ ਦੇਖਦੇ ਹਾਂ। ਬਿਲਕੁਲ, ਮੈਨੂੰ ਤਾਂ ਇਹਨਾਂ ਨੇ ਪੰਜਾਬੀ ਸਿਨੇਮਾ ਦੀ ਮੀਨਾ ਕੁਮਾਰੀ ਵੀ ਬਣਾ ਦਿੱਤਾ। ਕਈ ਵਾਰੀ ਹੁੰਦਾ ਮੈਨੂੰ ਬਹੁਤ, ਹਾਂ, ਮੈਂ ਥੀਏਟਰ 'ਚ ਵੀ ਪਤਾ ਨਹੀਂ ਤਾਂ ਮੈਂ ਫੱਟ ਰੋ ਪੈਂਦੀ ਹਾਂ ਜੇ ਮੈਨੂੰ ਕਹਿੰਦੇ। ਮੈਂ ਕਦੇ ਗਲਿਸਰੀਨ ਨਹੀਂ ਲਿੱਤੀ ਜ਼ਿੰਦਗੀ 'ਚ, ਕਦੇ ਨਹੀਂ ਕੀਤੀ। ਥੀਏਟਰ 'ਚ ਤਾਂ ਪੋਸੀਬਲ ਹੈ ਹੀ ਨਹੀਂ ਹੈ ਨਾ। ਫਿਲਮ ਇੰਡਸਟਰੀ 'ਚ ਵੀ ਮੈਨੂੰ ਗਲਿਸਰੀਨ ਨਾਲ ਰੋਣਾ ਹੀ ਨਹੀਂ ਆਉਂਦਾ। ਮੈਨੂੰ ਹੁੰਦਾ ਬਸ ਤੁਸੀਂ ਮੈਨੂੰ 2 ਮਿੰਟ ਦਿਓ। ਮੈਂ ਤੁਹਾਨੂੰ ਪਤਾ ਐਕਟਰ ਹਮੇਸ਼ਾ ਆਪਣੇ ਕਿਸੇ ਇਮੋਸ਼ਨ ਨੂੰ ਹੈ ਨਾ ਕੈਰੀ ਕਰਦੇ ਹਾਂ, ਉਸ ਟਾਈਮ ਐਕਸਪਲੋਇਟ ਕਰਦੇ ਹਾਂ ਅਸੀਂ ਆਪਣੇ ਆਪ ਨੂੰ, ਕੁਛ ਯਾਦ ਕਰਦੇ ਹਾਂ ਜ਼ਿੰਦਗੀ ਦਾ ਇਹੋ ਜਿਹਾ ਹਿੱਸਾ, ਫਿਰ ਉਹ ਇਮੋਸ਼ਨਸ ਆਉਂਦੇ ਹੈ। ਬਟ ਫਿਰ ਮੇਰੇ 'ਤੇ ਤਾਂ ਛਾਪ ਹੀ ਲੱਗ ਗਈ ਕਿ ਅਗਰ ਬੜੀ ਵਧੀਆ ਜੀ ਮਾਂ ਚਾਹੀਦੀ ਹੈ ਨਾ, ਬੜੀ ਵਿਚਾਰੀ ਸਾਊ ਜੀ। ਅਨੀਤਾ ਮੀਤ ਨੂੰ ਆਪਣਾ ਗਰੀਬ ਹਮੇਸ਼ਾ ਹਰੇਕ ਫਿਲਮ ਦੇ ਸੈੱਟ 'ਤੇ ਜਾ ਕੇ ਹੁੰਦਾ ਵੀ ਯਾਰ ਹੋਇਆ ਸੜੇ ਜਿਹੇ ਸੂਟ ਮੈਂ ਹੀ ਪਾਉਣੇ ਹੈ, ਮੇਰੇ ਵਾਸਤੇ ਸੋਹਣੇ ਸੋਹਣੇ ਸੂਟ ਨਹੀਂ ਹੈਗੇ, ਕਿਉਂਕਿ ਉਹ ਗਰੀਬੀ ਨਾਲ ਲੱਦੀ ਹੋਈ ਮਾਂ ਹੈ ਨਾ। ਅਤੇ ਫਿਰ ਉਹ ਪਤਾ ਨਹੀਂ ਕਿਉਂ ਮੈਨੂੰ ਚੂਜ਼ ਕਰ ਲੈਂਦੇ ਆ, ਜਾਂ ਮੇਰੇ ਮੂੰਹ 'ਤੇ ਲਿਖੀ ਹੈ ਗਰੀਬੀ। ਪਰ ਮੈਂ ਹੁਣ ਕਹਿੰਦੀ ਹਾਂ ਕਿ ਨਹੀਂ, ਮੈਂ ਲੜਾਕੀ ਵੀ ਹੋ ਸਕਦੀ ਹਾਂ, ਮੇਰੇ ਤੋਂ ਲੜਾਕੇ ਰੋਲ ਕਰਾਓ। ਮੈਂ ਅੱਕ ਗਈ ਹੈ ਨਾ ਉਹ ਜਿਹੇ ਰੋਲ ਕਰ ਕਰਕੇ। ਪਰ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਮੈਂ ਪਰਫੈਕਟਲੀ ਕਰ ਪਾਵਾਂਗੀ, ਮੇ ਵੀ ਤਾਂ ਉਹ ਕਰਦੇ ਆ। ਡਾਕੂਆਂ ਦਾ ਮੁੰਡਾ ਦੇਖੋ ਮੈਂ ਕੀਤੀ, ਤਾਂ ਜਿਹਦੇ ਤੋਂ ਮੈਨੂੰ ਕਦੇ ਉਮੀਦ ਨਹੀਂ ਸੀ ਵੀ ਇਹ ਬੰਦਾ ਵੀ ਕਿਸੇ ਦੀ ਤਾਰੀਫ ਕਰ ਸਕਦਾ, ਉਹਨਾਂ ਲੋਕਾਂ ਨੇ ਵੀ ਮੈਨੂੰ ਤਾਰੀਫ ਕੀਤੀ ਮੇਰੀ, ਹੈ ਨਾ। ਡਾਇਲੌਗ ਜ਼ਰੂਰ ਸੁਣਾ ਦਿਓ ਇੱਕ ਆਪਣਾ ਫੇਵਰੇਟ ਜੋ ਪਸੰਦ ਹੋਵੇ ਤੇ ਇਮੋਸ਼ਨਲ।
ਕਿਹੜਾ ਸੁਣਾਵਾਂ, ਡਾਕੂਆਂ ਦਾ ਮੁੰਡਾ ਦਾ ਹੀ ਹੁਣ ਮੈਨੂੰ ਤਾਜ਼ਾ ਯਾਦ ਹੈ ਥੋੜ੍ਹਾ ਜਿਹਾ, ਉਹ ਸੁਣਾ ਦਿੰਦੀ ਹੈ ਨਾ। ਤੁਸੀਂ ਦੇਖੀ ਹੈ ਫਿਲਮ ਉਹ? ਜੀ ਬਿਲਕੁਲ। ਜਦੋਂ ਉਹ ਨਸ਼ਾ ਮੰਗ ਕੇ ਲਿਆਂਦੀ ਹੈ ਆਪਣੇ ਬੇਟੇ ਲਈ ਹੈ ਨਾ, ਐਂਡ 'ਚ ਆਉਂਦੀ ਹੈ ਅਤੇ ਮਜਬੂਰ ਕਰ ਦਿੰਦਾ ਬੇਟਾ ਕਿ ਤੂੰ ਮੇਰੇ ਲਈ ਮੰਗ ਕੇ ਲਿਆ, ਅਤੇ ਉਹ ਮੰਗ ਕੇ ਲਿਆਂਦੀ ਹੈ ਅਤੇ ਉਹ ਬੇਟੇ ਕੋਲ ਜਾਂਦੀ ਹੈ। ਮੈਂ ਐਡੀ ਅਣਖ ਵਾਲੀ ਔਰਤ ਸੀ ਪੁੱਤਰ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਤੋਂ ਦਾਲ ਦੀ ਕੌਲੀ ਨਹੀਂ ਮੰਗਣ ਗਈ, ਤੇ ਤੂੰ ਮੈਨੂੰ ਨਸ਼ੇ ਮੰਗਣ ਲਾਤਾ। ਤੂੰ ਸਭ ਕੁਝ ਉਜਾੜਤਾ, ਜ਼ਮੀਨਾਂ ਵੇਚਤੀਆਂ, ਭੁੱਖਾਂ ਕੱਟਣ ਲਾਤਾ ਮਾਂ ਨੂੰ, ਕੁਛ ਨਹੀਂ ਬਚਿਆ। ਸੁਧਰ ਜਾ, ਸੁਧਰ ਜਾ, ਬਸ ਇੱਕ ਮਾਂ ਬਚੀ ਹੈ, ਜੇ ਨਹੀਂ ਸ਼ਰਮ ਨਾ ਇਹਨੂੰ ਵੀ ਵੇਚ ਦੇ। ਵਾਹ ਜੀ ਵਾਹ, ਮੈਂ ਸੀਰੀਅਸਲੀ ਮੈਨੂੰ ਹੁਣ ਲੱਗ ਗਿਆ ਪਤਾ ਕਿ ਕਿਉਂ ਤੁਹਾਨੂੰ ਇਮੋਸ਼ਨਲ ਕਰੈਕਟਰਸ ਲਈ ਅਪਰੋਚ ਕੀਤਾ ਜਾਂਦਾ। ਸੀਰੀਅਸਲੀ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਪਾਣੀ ਆ ਗਿਆ ਤੇ ਆਪਾਂ ਸਿਰਫ ਇਕੱਲਾ ਡਾਇਲੋਗ ਬੋਲ ਰਹੇ। ਹਾਂ ਬਸ ਥੋੜ੍ਹਾ ਜਿਹਾ ਸੋਚੀਦਾ ਕਿ ਇਹ ਟ੍ਰੈਜਡੀ ਮੇਰੇ ਨਾਲ ਹੀ ਹੋਈ ਹੈ, ਥੋੜ੍ਹਾ ਜਿਹਾ ਕੋਸ਼ਿਸ਼ ਕਰੀਦੀ ਹੈ ਕਿ ਇਹ ਮੇਰਾ ਹੀ ਬੱਚਾ ਹੈ ਨਾ, ਇੱਕ ਮਾਂ ਜਿਹੜੀ ਹੈ ਉਹ ਕੀ ਉਹਦੇ 'ਤੇ ਬੀਤ ਰਹੀ ਹੋਊਗੀ। ਬਸ ਥੋੜ੍ਹੀ ਜਿਹੀ ਕੋਸ਼ਿਸ਼ ਕਰੀਦੀ ਹੈ ਰਾਜੇ ਕਰਨ ਦੀ ਨਾ, ਬਾਕੀ ਤਾਂ ਦਰਸ਼ਕਾਂ ਦੇ ਹੱਥ ਹੈ ਅਸੀਂ ਕਿੰਨਾ ਕੁ ਉਹਦੇ 'ਚ ਪੂਰੇ ਉਤਰਦੇ ਹਾਂ, ਕਿੰਨੇ ਕੁ ਨਹੀਂ, ਹੈ ਨਾ। ਹਾਂ। ਤੇ ਫਿਰ ਜਦੋਂ ਸੈੱਟ ਤੇ ਹੁੰਦੇ ਹੋ, ਕੋਈ ਸੈੱਟ ਦਾ ਕੋਈ ਹਸੀਨ ਪਲ ਜਿਹੜਾ ਯਾਦ ਹੋਵੇ, ਕਦੇ ਜ਼ਿੰਦਗੀ 'ਚ ਇੱਦਾਂ ਹੋਇਆ ਹੋਵੇ ਵੀ ਇਹ ਤਾਂ ਬਹੁਤ ਵਧੀਆ ਹੋਇਆ ਸੀਗਾ ਮੇਰੇ ਨਾਲ ਜਦੋਂ ਮੈਂ ਸੈੱਟ ਤੇ ਗਈ ਸੀਗੀ, ਜਾਂ ਫਿਰ ਜਦੋਂ ਕਦੇ ਗਏ ਹੋਵੋ ਡਰ ਲੱਗਿਆ ਹੋਵੇ, ਕੋਈ ਇੱਦਾਂ ਦੀ ਆਪਣਾ ਪਲ ਯਾਦ ਸਾਡੇ ਨਾਲ ਸਾਂਝਾ ਜ਼ਰੂਰ। ਡਰ ਤਾਂ ਦੇਖੋ ਹਮੇਸ਼ਾ ਹੋਣਾ ਚਾਹੀਦਾ ਐਕਟਰ ਨੂੰ, ਮਤਲਬ ਸੈੱਟ 'ਤੇ ਜਾਂਦੇ ਹੋਏ ਮਤਲਬ ਨਹੀਂ, ਪਰ ਜਦੋਂ ਤੁਸੀਂ ਪਰਫਾਰਮ ਕਰਨ ਲੱਗਦੇ ਆ ਕਿਸੇ ਵੀ ਕਰੈਕਟਰ ਨੂੰ ਤਾਂ ਥੋੜ੍ਹਾ ਜਿਹਾ ਜ਼ਰੂਰ ਹੁੰਦਾ ਹੈ, ਕਿਉਂਕਿ ਇਹ ਮੈਨੂੰ ਲੱਗਦਾ ਜ਼ਰੂਰੀ ਵੀ ਹੈ। ਮੇਰੇ ਟੀਚਰਸ ਕਹਿੰਦੇ ਸੀ ਕਿ ਜਦੋਂ ਤੱਕ ਉਹ ਨਰਵਸਨੈਸ ਤੁਹਾਡੇ 'ਚ ਹੈ ਤਾਂ ਤੁਸੀਂ ਕੁਛ ਵਧੀਆ ਕਰੋਗੇ, ਜਦੋਂ ਤੁਸੀਂ ਓਵਰ ਕੌਨਫੀਡੈਂਟ ਹੋ ਜਾਂਦੇ ਹੋ ਕਿ ਮੈਂ ਤਾਂ ਕਰ ਹੀ ਲੈਣਾ, ਡਜ਼ਨਟ ਮੈਟਰ, ਹੈ ਨਾ, ਅਤੇ ਫਿਰ ਸ਼ਾਇਦ ਕਿਤੇ ਗੱਲ ਥੋੜ੍ਹੀ ਜਿਹੀ ਉਲਝ ਜਾਂਦੀ ਹੈ। ਸੋ ਪਹਿਲੀ ਵਾਰੀ ਜਦੋਂ ਤੁਸੀਂ ਕਿਸੇ ਫਿਲਮ ਲਈ ਵੀ ਟੇਕ ਦਿੰਦੇ ਹੋ, ਇੱਕ ਨਵਾਂ ਕਰੈਕਟਰ ਹੁੰਦਾ, ਕੁਛ ਨਵਾਂ ਉਹਦੇ 'ਚ ਕਰਨਾ ਹੁੰਦਾ ਬਾਕੀਆਂ ਨਾਲੋਂ, ਤਾਂ ਕਿ ਉਹ ਥੋੜ੍ਹਾ ਅਲੱਗ ਦਿਖੇ, ਹੈ ਨਾ, ਕਿਉਂਕਿ ਇਮੋਸ਼ਨਲ ਮਦਰ ਹੈ। ਇੱਕ ਸਾਡੀਆਂ ਪੰਜਾਬੀ ਫਿਲਮਾਂ ਨਾ, ਜਦੋਂ ਵੀ ਕਰੈਕਟਰ ਆਉਂਦਾ, ਮੈਂ ਤੁਹਾਡੀ ਗੱਲ ਹੋਰ ਪਾਸੇ ਲੈ ਕੇ ਜਾ ਰਹੀ ਹਾਂ ਥੋੜ੍ਹਾ ਜਿਹਾ, ਕਿ ਫੋਨ ਆਏਗਾ ਮੈਮ ਉਹ ਮਦਰ ਦਾ ਕਰੈਕਟਰ ਹੈ, ਅਸੀਂ ਪੁੱਛਾਂਗੇ ਵੀ ਹਾਂਜੀ ਮਦਰ ਦਾ ਕਰੈਕਟਰ, ਮਦਰ ਦਾ ਕਰੈਕਟਰ ਕੀ ਹੈ? ਐਜ਼ ਯੂਜ਼ੁਅਲ ਜੀ ਜਿਵੇਂ ਮਦਰ ਹੁੰਦੀ ਹੈ ਯਾਰ, ਐਜ਼ ਯੂਜ਼ੁਅਲ ਕਿਉਂ, ਹਰ ਮਦਰ ਵੱਖਰੀ ਹੈ, ਹਰ ਔਰਤ ਵੱਖਰੀ ਹੈ ਨਾ, ਅਤੇ ਹਰ ਕਰੈਕਟਰ ਕਿਉਂ ਨਹੀਂ ਵੱਖਰਾ? ਜੇ ਉਹ ਇੱਕ ਮਦਰ ਹੈ, ਬਹੁਤ ਇਮੋਸ਼ਨਲ ਹੈ, ਚਾਹੇ ਦੂਜੀ ਵੀ ਇਮੋਸ਼ਨਲ ਹੈ, ਤਾਂ ਉਹਨਾਂ 'ਚ ਕੁਛ ਤਾਂ ਅਲੱਗ ਹੋਏਗਾ ਨਾ, ਤਾਂ ਹੀ ਉਹ ਦੋ ਨੇ, ਨਹੀਂ ਤਾਂ ਇੱਕੋ ਹੀ ਕਰੈਕਟਰ ਹੋਵੇ, ਹੈ ਨਾ। ਅਤੇ ਸੋ ਇਹ ਥੋੜ੍ਹਾ ਜਿਹਾ ਸਾਨੂੰ ਬੜਾ ਲੱਗਦਾ, ਉਹ ਸਾਨੂੰ ਇੱਦਾਂ ਡਿਟੇਲ ਹੀ ਨਹੀਂ ਦਿੰਦੇ, ਫਿਰ ਸਾਨੂੰ ਥੋੜ੍ਹਾ ਦੇਖਣਾ ਪੈਂਦਾ ਕਿ ਕੁਛ ਥੋੜ੍ਹਾ ਵੱਖਰਾ ਕਰੀਏ, ਹੈ ਨਾ। ਜੇ ਉਹ ਇਮੋਸ਼ਨਲ ਸੀ ਤਾਂ ਇਹਦੀ 'ਚ ਕੁਛ ਦੋਨਾਂ ਦੀ ਚਾਲ 'ਚ ਹੀ ਫਰਕ ਪਾ ਲਈਏ, ਜਾਂ ਉਹ ਦੋਨਾਂ ਦੇ ਹੈ ਨਾ ਹੱਥ ਪੈਰ ਦੀ ਮੂਵਮੈਂਟ 'ਚ ਕੋਈ, ਹੈ ਨਾ, ਜਸਚਰ ਪੋਸਚਰ 'ਚ ਕਰੀਏ। ਸੋ ਥੋੜ੍ਹਾ ਜਿਹਾ ਵਰਕ ਤਾਂ ਕਰਨਾ ਪੈਂਦਾ। ਸੋ ਇਸ ਕਰਕੇ ਥੋੜ੍ਹੀ ਜਿਹੀ ਨਰਵਸਨੈਸ ਹੁੰਦੀ ਹੈ, ਸ਼ਾਇਦ ਉਹ ਜ਼ਰੂਰੀ ਵੀ ਹੈ, ਇਸ ਤਾਂ ਹੀ ਅਸੀਂ ਕਿਰਦਾਰ ਕਰ ਪਾਉਂਦੇ। ਜੇ ਓਵਰ ਕੌਨਫੀਡੈਂਟ ਹੋ ਜਾਈਏ ਤਾਂ ਸ਼ਾਇਦ ਫਿਰ ਅਸੀਂ ਉਹਨਾਂ ਨਿਭਾ ਨਾ ਪਾਈਏ, ਹੈ ਨਾ, ਅਤੇ ਆਪਣੇ ਵੱਲੋਂ। ਸੋ ਵਧੀਆ ਤਾਂ ਜਦੋਂ ਅੱਗੋਂ, ਹੈ ਨਾ, ਤੁਸੀਂ ਕੁਛ ਕਰਕੇ ਕੋਈ ਕਰੈਕਟਰ, ਕੋਈ ਆਪਣਾ ਸੀਨ ਕਰਕੇ ਹਟਦੇ ਹੋ ਅਤੇ ਲੋਕੀ ਤੁਸੀਂ ਰੋ ਕੇ ਹਟੇ ਹੋ ਤਾਂ ਦੇਖਦੇ ਹੋ ਤੁਸੀਂ 3-4 ਜਣੇ ਰੋ ਰਹੇ ਨੇ, ਜਾਂ ਇੰਨੀ ਕਲੈਪਿੰਗ ਕਰ ਰਹੇ ਹੋ, ਬਾਅਦ 'ਚ ਵੀ ਇੰਨਾ ਵਧੀਆ ਸੀਨ ਹੋਇਆ ਅਤੇ ਹੈ ਨਾ ਤੁਹਾਨੂੰ ਜੱਫੀਆਂ ਪਾਪਾ ਮਿਲ ਰਹੇ ਆ ਤਾਂ ਬਹੁਤ ਵਧੀਆ ਲੱਗਦਾ, ਹੈ ਨਾ। ਅਤੇ ਇਹੀ ਇੱਕ ਐਕਟਰ ਦੀ ਮਤਲਬ ਸਾਰੀ ਉਹ ਹੈ, ਉਹਨੂੰ ਪੇਮੈਂਟਸ ਤਾਂ ਪਤਾ ਨਹੀਂ ਕਦੋਂ ਮਿਲਣੀ ਹੁੰਦੀ ਹੈ, ਜਿਹੜੀ ਇਹ ਕਲੈਪਿੰਗ ਹੈ ਨਾ ਔਨ ਦਾ ਸਪਾਟ, ਤੁਹਾਨੂੰ ਸਾਰਿਆਂ ਨੇ ਐਪਰੀਸ਼ੀਏਸ਼ਨ ਹੈ, ਇਹ ਤੁਹਾਨੂੰ ਬਹੁਤ ਵੱਡਾ ਕਰ ਦਿੰਦੀ ਹੈ ਅਤੇ ਬਹੁਤ ਬਲ ਬਖਸ਼ਦੀ ਹੈ ਕਿ ਤੁਸੀਂ ਹੋਰ ਵੀ ਵਧੀਆ ਕਰੋ। ਅੱਜ ਤੱਕ ਕਿਹੜੇ ਡਾਇਰੈਕਟਰ ਜਾਂ ਐਕਟਰ ਨਾਲ ਕੰਮ ਕਰਕੇ ਸਭ ਤੋਂ ਵਧੀਆ ਲੱਗਿਆ? ਇਹ ਤਾਂ ਬਹੁਤ ਮੁਸ਼ਕਿਲ ਹੈ ਦੱਸਣਾ ਕਿਉਂਕਿ ਸਭ ਦਾ ਨਾ ਕੰਮ ਕਰਨ ਦਾ ਤਰੀਕਾ ਸਭ ਦਾ ਆਪਣਾ ਆਪਣਾ ਅਲੱਗ-ਅਲੱਗ ਹੁੰਦਾ, ਹੈ ਨਾ। ਕਈ ਵਾਰੀ ਹੁੰਦਾ ਕਿ ਕੁਛ ਡਾਇਰੈਕਟਰ ਇੱਦਾਂ ਦੇ ਵੀ ਹੁੰਦੇ ਆ ਜਿਹੜੇ ਨਾ ਵਿੱਚੋਂ ਤੁਹਾਨੂੰ ਵਨ ਟੇਕ ਕਰਦੇ ਆ, ਚਾਹੇ ਉਹ ਮੂਵਮੈਂਟ ਵਾਲਾ ਸੀਨ ਹੈ ਕੋਈ,
ਹੈ ਨਾ, ਅਤੇ ਬਹੁਤ ਇੰਟਰਫੇਅਰੈਂਸ ਨਹੀਂ ਕਰਦੇ, ਤੁਹਾਨੂੰ ਸਮਝਾ ਕੇ ਤੁਹਾਡੇ 'ਤੇ ਛੱਡ ਦਿੰਦੇ ਆ ਕਿ ਇਹਨਾਂ ਨੂੰ ਖੇਡਣ ਦਿਓ। ਥੋੜ੍ਹਾ ਜਿਹਾ ਅਨਕੰਫਰਟ ਉੱਥੇ ਹੋਈਦਾ, ਕੁਛ ਇਹੋ ਜਿਹੇ ਹੁੰਦੇ ਕਿ ਆਹ ਲਾਈਨ ਇੱਦਾਂ ਹੀ ਬੋਲਣੀ, ਆਹ ਸ਼ਬਦ ਇੱਦਾਂ ਹੀ ਬੋਲਣਾ ਹੈ। ਕਈ ਵਾਰ ਉਹ ਸ਼ਬਦ ਤੁਹਾਡੇ ਫਲੋ 'ਚ ਨਹੀਂ ਆ ਰਿਹਾ ਹੁੰਦਾ, ਜਾਂ ਉਹ ਸ਼ਬਦ ਹੈ ਨਾ ਤੁਹਾਡੀ ਜ਼ੁਬਾਨ 'ਤੇ ਢੁੱਕ ਨਹੀਂ ਰਿਹਾ ਹੁੰਦਾ, ਅਤੇ ਬਟ ਉਹ ਰਾਈਟਰ ਉੱਥੇ ਫਸ ਜਾਂਦਾ ਕਿ ਨਹੀਂ ਜੀ ਇੱਦਾਂ ਹੀ ਬੋਲਣਾ ਹੈ ਨਾ। ਅਤੇ ਕੁਛ ਡਾਇਰੈਕਟਰ ਇੱਦਾਂ ਦੇ ਆ ਕਿ ਉਹ ਤੁਹਾਨੂੰ ਸਮਝਾ ਦਿੰਦੇ ਆ ਮੋਟਾ ਮੋਟਾ ਕਿ ਆਹ ਮੇਰੇ ਸੀਨ ਦੀ ਰਿਕੁਆਇਰਮੈਂਟ ਹੈ। ਵੈਸੇ ਉਹ ਹੁਣ ਐਕਸਪੀਰੀਅੰਸ ਦੇ ਤੌਰ 'ਤੇ ਸਾਨੂੰ ਪੜ੍ਹ ਕੇ ਵੀ ਪਤਾ ਹੀ ਲੱਗ ਜਾਂਦਾ, ਉਹ ਸਾਡੇ 'ਚ ਇੰਟਰਫੇਅਰ ਹੀ ਨਹੀਂ ਕਰਦੇ, ਅਤੇ ਆਪਣੇ ਆਪ 'ਤੇ ਤੁਹਾਨੂੰ ਛੱਡ ਦਿੰਦੇ ਆ। ਉੱਥੇ ਮਜ਼ਾ ਆਉਂਦਾ ਕੰਮ ਕਰਕੇ, ਹੈ ਨਾ। ਅਸੀਂ ਆਪਣਾ ਬੈਸਟ ਦਈਦਾ, ਫਿਰ ਉਹਨਾਂ ਨੂੰ ਕਹੀਦਾ ਵੀ ਹੈ ਕਿ ਜੇ ਅਗਰ ਤੁਸੀਂ ਹੋਰ ਤੁਹਾਨੂੰ ਚਾਹੀਦਾ ਹੈ ਤਾਂ ਤੁਸੀਂ ਇਹਨੂੰ ਸਾਨੂੰ ਦੱਸ ਦਿਓ, ਕਲੀਨ ਕਰ ਸਕਦੇ ਹਾਂ ਅਸੀਂ, ਦੁਬਾਰਾ ਜਿੰਨੇ ਮਰਜ਼ੀ ਰੀਟੇਕ ਕਰਵਾਓ, ਤੁਹਾਡੀ ਸੈਟਿਸਫੈਕਸ਼ਨ ਹੋਣੀ ਚਾਹੀਦੀ ਹੈ। ਸੋ ਜਿਹੜੇ ਜਿਵੇਂ ਅਮਿਤੋਸ਼ ਜੀ ਹੈ, ਉਹਨਾਂ ਨਾਲ ਕੁਛ ਮੈਨੂੰ ਵਧੀਆ ਲੱਗਦਾ ਹੁੰਦਾ ਇਹ ਕੰਮ ਕਰਕੇ, ਉਹ ਇਸ ਕਰਕੇ ਕਿ ਉਹ ਮੂਵਮੈਂਟਸ ਦਾ ਸਾਰਾ ਸੀਨ ਵੀ ਨਾ ਸਟੱਡੀ ਕੈਂਪ 'ਤੇ ਕਰਦੇ ਆ। ਉਹ ਇੱਕ ਬੰਦਾ ਨਾਲ ਨਾਲ ਤੁਹਾਨੂੰ ਫੋਲੋ ਕਰਦਾ, ਉਹ ਰਿਹਰਸਲ ਕਰਾਉਂਦੇ ਆ, ਅਤੇ ਉਹ ਜਦੋਂ ਉਹ ਇੱਦਾਂ ਸੀਨ ਹੁੰਦਾ ਨਾ ਸਾਰਾ ਇੱਕੋ ਹੀ ਟੇਕ 'ਚ, ਤਾਂ ਉਹ ਤੁਹਾਡੇ ਇਮੋਸ਼ਨਸ ਟੁੱਟਦੇ ਨਹੀਂ ਕਿ ਤੋੜ ਤੋੜ ਕੇ ਬਾਰ-ਬਾਰ ਅਲੱਗ-ਅਲੱਗ ਸ਼ਾਟ 'ਚ ਕਰਨਾ, ਉਹ ਇੱਕੋ ਸ਼ਾਟ 'ਚ ਕੈਰੀ ਹੋ ਜਾਂਦੇ ਆ, ਹੈ ਨਾ। ਉਹ ਟੈਕਨੀਕ ਮੈਨੂੰ ਬਹੁਤ ਅੱਛੀ ਲੱਗਦੀ ਹੈ, ਅਤੇ ਅੱਜ ਕੱਲ੍ਹ ਬਹੁਤ ਸਾਰੇ ਡਾਇਰੈਕਟਰ ਇੱਦਾਂ ਕਰ ਰਹੇ ਨੇ। ਬਾਕੀ ਸਭ ਨਾਲ ਕੰਮ ਕਰਨ ਦਾ ਆਪਣਾ ਮਜ਼ਾ ਹੈ, ਹੈ ਨਾ। ਹੁਣ ਜਗਦੀਪ ਸਿੱਧੂ ਜੀ ਨਾਲ ਮੈਂ ਫਿਲਮ ਕਰਕੇ ਗਈ ਹਾਂ, ਪਹਿਲੀ ਵਾਰ ਮੈਂ ਉਹਨਾਂ ਨਾਲ ਛੜਾ ਕੀਤੀ ਸੀ, ਅਤੇ ਮੈਨੂੰ ਲੱਗਦਾ ਸੀ ਵੀ ਪਤਾ ਨਹੀਂ ਮੇਰੇ ਤੋਂ ਕੀ ਕਰਵਾਉਣਗੇ, ਮੇਰੇ ਤੋਂ ਵਧੀਆ ਵੀ ਹੋਏਗਾ ਕਿ ਨਹੀਂ, ਬਟ ਉਹ ਮੇਰਾ ਕਰੈਕਟਰ ਇੰਨਾ ਐਪਰੀਸ਼ੀਏਟ ਹੋਇਆ ਕਿ ਲੋਕ ਮੈਨੂੰ ਨੌਨਸੈਂਸ ਮੰਮੀ ਹੀ ਕਹਿਣ ਲੱਗ ਪਏ, ਹੈ ਨਾ। ਉਸ ਟਾਈਮ ਮੈਂ ਪ੍ਰੈਗਨੈਂਸੀ 'ਚ ਸੀ ਜਦੋਂ ਮੈਂ ਉਹ ਕੀਤਾ ਰੋਲ, ਅਤੇ 27 ਸਾਲਾਂ ਬਾਅਦ ਮੇਰੇ ਘਰ ਬੇਬੀ ਹੋਏ ਆ, ਅਤੇ ਮੈਂ ਲੇਟ ਪ੍ਰੈਗਨੈਂਸੀ 'ਚ ਆਈ ਹਾਂ, ਦੈਟਸ ਵਾਈ। 27 ਸਾਲ ਬਾਅਦ ਮਦਰ ਬਣੇ ਹੋ, ਅਤੇ ਫਿਰ ਖੁਸ਼ੀਆਂ ਬਹੁਤ ਹੋਣੀਆਂ ਘਰ ਦੇ ਵਿੱਚ। ਹਾਂ ਬੇਟਾ, ਬਹੁਤ। ਇਹ ਮੇਰੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਹਿੱਸਾ ਸੀ ਕਿ ਜਿਹੜਾ ਕਿਤੇ ਨਾ ਕਿਤੇ ਮੇਰਾ ਕੋਨਾ ਖਾਲੀ ਸੀ, ਹੈ ਨਾ। ਮੈਂ ਬਹੁਤ ਮਤਲਬ ਜਦੋਂ ਕਿਤੇ ਸ਼ੂਟ 'ਤੇ ਜਾਂਦੀ ਆ ਔਰਤ ਕੋਈ, ਤਾਂ ਸਭ ਤੋਂ ਪਹਿਲਾਂ ਪਿੰਡਾਂ 'ਚ ਅਸੀਂ ਜਦੋਂ ਸ਼ੂਟ ਕਰਦੇ ਸੀ ਤਾਂ ਔਰਤਾਂ ਉੱਥੋਂ ਦੀਆਂ ਬੜੀਆਂ ਫਰੈਂਕ ਹੁੰਦੀਆਂ, ਭਾਈ ਤੇਰੇ ਕਿੰਨੇ ਜਵਾਕ ਹੈ, ਜੇ ਕਹਿ ਦੇਣਾ ਵੀ ਨਹੀਂ, ਲੈ ਦੱਸ ਜੇ ਆਹ ਛੱਡੇਂਗੀ ਸ਼ੂਟਿੰਗਾਂ ਕਰਨੀਆਂ ਤਾਂ ਹੀ ਜਵਾਕ ਹੋਣਗੇ, ਤੁਸੀਂ ਤੁਰੀਆਂ ਤਾਂ ਇੱਧਰ ਫਿਰਦੀਆਂ। ਉਹ ਇੰਨੀਆਂ ਮੂੰਹ ਫੱਟ ਹੁੰਦੀਆਂ ਨੇ ਕਿ ਤੁਹਾਡੇ ਕਿੱਥੇ ਬੱਜੀ ਹੈ ਨਾ, ਡਜ਼ਨਟ ਮੈਟਰ। ਅਤੇ ਮੈਂ ਉਹਨੂੰ ਬਹੁਤ ਹੰਢਾਇਆ ਉਸ ਸੰਤਾਪ ਨੂੰ, ਕਿਉਂਕਿ ਮੈਂ ਤਾਂ ਹਮੇਸ਼ਾ, ਹਰ ਔਰਤ ਹਮੇਸ਼ਾ ਹੀ ਮਾਂ ਤਾਂ ਬਣਨਾ ਚਾਹੁੰਦੀ ਹੈ ਨਾ। ਕੌਣ ਹੈ ਜਿਹੜਾ ਕਹਿੰਦਾ ਵੀ ਮੈਂ ਨਾ ਬਣਾ। ਫਿਰ ਮੈਨੂੰ ਮਦਰਸ ਦੇ ਕਰੈਕਟਰ ਕਰਨੇ ਮਿਲੇ, ਹੈ ਨਾ, ਮੇਰੇ ਸਟੇਜ ਤੋਂ ਲੈ ਕੇ ਫਿਲਮ ਇੰਡਸਟਰੀ ਦੇ ਵਿੱਚ ਜਾਂ ਸੀਰੀਅਲਸ ਦੇ ਵਿੱਚ, ਉੱਥੇ ਵੀ ਬਹੁਤ ਕੁਛ ਸੁਣਨ ਨੂੰ ਮਿਲਿਆ। ਮਤਲਬ ਪਤਾ ਨਹੀਂ, ਟੀਚਰਸ ਵੀ ਕਈ ਵਾਰੀ ਕਹਿ ਦਿੰਦੇ ਸੀ ਵੀ ਇਹਦੇ ਕਿਹੜਾ ਬੇਬੀ, ਇਹਨੂੰ ਕੀ ਪਤਾ ਹੈ ਨਾ ਵੀ ਮਦਰ ਕੀ ਹੁੰਦੀ ਹੈ। ਅਤੇ ਸ਼ਾਇਦ ਮੈਂ ਓਨੀ ਹੀ ਇੰਟੈਂਸਿਟੀ ਨਾਲ ਆਪਣੇ ਮਦਰਸ ਦੇ ਕਰੈਕਟਰ ਖੇਡ ਪਾਈ, ਕਿਉਂਕਿ ਔਰਤ ਹਮੇਸ਼ਾ ਮਾਂ ਹੁੰਦੀ ਹੈ, ਚਾਹੇ ਉਹਨੇ ਬੱਚੇ ਨੂੰ ਜਨਮ ਦਿੱਤਾ ਚਾਹੇ ਨਹੀਂ ਦਿੱਤਾ। ਸੋ ਮੇਰੀ ਵਾਹਿਗੁਰੂ ਨੂੰ ਹਮੇਸ਼ਾ ਇੱਕੋ ਹੀ ਉਹ ਰਹਿੰਦੀ ਸੀ ਕਿ ਮੈਂ ਕਿਉਂ ਮਾਂ ਨਹੀਂ ਹੈਗੀ। ਅਤੇ ਮੇਰੇ ਹਸਬੈਂਡ ਬਹੁਤ ਕੋਆਪਰੇਟ ਕਰਦੇ ਸੀ, ਤੂੰ ਇੰਨੇ ਬੱਚਿਆਂ ਦੀ ਮਾਂ ਹੈ, ਤੂੰ ਕਿਉਂ ਇੱਦਾਂ ਸੋਚਦੀ ਹੈ ਕਿ ਤੂੰ ਮਾਂ ਨਹੀਂ ਹੈਗੀ। ਪਰ ਕੋਈ ਕੋਨਾ ਸੀ ਜਿਹੜਾ ਖਾਲੀ ਸੀ, ਕਿ ਮੈਨੂੰ ਲੱਗਦਾ ਸੀ ਮੇਰੇ 'ਚ ਇਹੋ ਜਿਹੀ ਕੀ ਕਮੀ ਹੈ। ਸੋ ਵਾਹਿਗੁਰੂ ਨੇ 27 ਸਾਲਾਂ ਬਾਅਦ ਮੇਰੀ ਸੁਣੀ ਹੈ, ਮੇਰੀ ਝੋਲੀ ਭਰੀ ਹੈ, ਅਤੇ ਵਾਕਈ ਮੈਂ ਬਹੁਤ ਖੁਸ਼ ਹਾਂ। ਜਿਹੜਾ ਇੱਕ ਕੋਨਾ ਸੀ ਕਿ ਮੈਂ ਜੀਣਾ ਚਾਹੁੰਦੀ ਸੀ ਪਲ ਪਲ, ਕਿ ਔਰਤ ਕੀ ਹੁੰਦੀ ਹੈ, ਉਹ ਕਿਵੇਂ ਮਾਂ ਬਣਦੀ, ਉਹਦੀਆਂ ਕੀ ਰਿਸਪੋਂਸੀਬਿਲਿਟੀਜ਼ ਵੱਧਦੀਆਂ ਨੇ ਘੱਟਦੀਆਂ ਨੇ, ਉਹ ਮੈਂ ਪੂਰੀਆਂ ਕਰ ਪਾਈ। ਅਤੇ ਮੈਂ ਹਮੇਸ਼ਾ ਵਾਹਿਗੁਰੂ ਨੂੰ ਕਹਿੰਦੀ ਹਾਂ ਕਿ ਸਭ ਕੁਝ ਕਰੀ, ਪਰ ਕਿਸੇ ਵੀ ਔਰਤ ਨੂੰ ਇਸ ਅਹਿਸਾਸ ਤੋਂ ਖਾਲੀ ਨਾ ਰੱਖੀ ਕਿ ਉਹ ਮਦਰ ਨਹੀਂ ਹੈ, ਉਹਨੂੰ ਜ਼ਰੂਰ ਇੱਕ ਬੇਬੀ ਦੇਈ। ਇਮੋਸ਼ਨਲ ਹੋ ਰਿਹਾ ਮੈਮ, ਅਤੇ ਕੁਛ ਗੱਲ ਹੀ ਇੱਦਾਂ ਦੀ, ਕਿਉਂਕਿ ਮੈਂ ਹੰਢਾਇਆ ਰਾਜੇ, ਹੈ ਨਾ। ਜੇ ਫਿਰ ਮੈਂ ਫਿਲਮ ਇੰਡਸਟਰੀ 'ਚ ਮੈਂ ਕਹਿਣਾ ਸ਼ੁਰੂ ਕਰਤਾ ਕਿ ਮੇਰੀ ਭਤੀਜੀ ਸੀ, ਉਹ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ। ਮੇਰੇ ਬ੍ਰਦਰ ਨੂੰ ਕਹਿ ਵੀ ਦਿੱਤਾ ਕਿ ਇਹ ਮੇਰੀ ਹੈ, ਇਹਦਾ ਸਾਰਾ ਕੁਛ ਮੈਂ ਕਰੂੰਗੀ। ਹੁਣ ਵੀ ਉਹ ਸਾਡੀ ਹੈ, ਮੇਰੀ ਵੱਡਾ ਬੱਚਾ ਹੈ, ਮੈਂ ਉਹਨੂੰ ਮੰਨਦੀ ਹਾਂ, ਹੈ ਨਾ। ਅਤੇ ਫਿਰ ਮੈਂ ਜੇ ਇੰਡਸਟਰੀ 'ਚ ਕਹਿਣਾ ਸ਼ੁਰੂ ਕਰਤਾ, ਜਿੱਥੇ ਵੀ ਸ਼ੂਟਿੰਗ 'ਤੇ ਜਾਣਾ, ਕਿ ਮੇਰੀ ਇੱਕ ਬੇਟੀ ਹੈ। ਲੋਕੀ ਮਤਲਬ 2 ਧਾਰੀ ਤਲਵਾਰ ਨੇ, ਕੈਂਚੀ ਵਾਂਗੂ। ਅੱਛਾ, ਇੱਕ ਕੁੜੀ ਹੋਈ ਹੈ, ਮੁੰਡਾ ਤਾਂ ਇੱਕ ਜ਼ਰੂਰ ਹੋਣਾ ਚਾਹੀਦਾ ਭਾਈ, ਹੈ ਨਾ। ਹਾਂ ਨਾ, ਫਲਾਣੀ ਥਾਂ 'ਤੇ ਬਾਬਾ ਏ, ਉੱਥੇ ਚਲੀ ਜਾ ਤੂੰ, ਉੱਥੇ, ਹੈ ਨਾ, ਉੱਥੇ ਫਲ ਪਾਉਂਦੇ ਹੈ। ਮਤਲਬ ਲੋਕੀ ਇੰਨਾ ਤੁਹਾਡੇ 'ਚ ਜ਼ਬਰਦਸਤੀ ਤੁਹਾਨੂੰ ਭਰਦੇ ਹੈ, ਹੈ ਨਾ। ਤੁਹਾਨੂੰ ਸਮਝ ਨਹੀਂ ਆਉਂਦਾ ਤੁਸੀਂ ਕੀ ਜਵਾਬ ਦਿਓ, ਕੀ ਕਰੋ ਕੀ ਨਹੀਂ। ਉਹ ਮੈਂਟਲੀ ਵੀ ਤੁਹਾਨੂੰ ਥਕਾ ਦਿੰਦੇ ਹੈ। ਸੋ ਮੈਂ ਉਹ ਬਹੁਤ ਭੁਗਤਿਆ,
ਅਸੀਂ ਪੜ੍ਹੇ ਲਿਖੇ ਹੋ ਕੇ ਵੀ ਹੈ ਨਾ ਇਹ ਨਹੀਂ ਸੋਚਦੇ ਕਿ ਇਸ ਗੱਲ ਨਾਲ ਕਿਸੇ ਨੂੰ ਕਿੰਨੀ ਕੁ ਸੱਟ ਵਜੋ, ਕਿੰਨਾ ਕੁ ਆਹਤ ਹੋਊਗਾ, ਕਿੰਨਾ ਕੁ ਡਿਸਟਰਬ ਹੋਊਗਾ। ਪਰ ਮੈਂ ਫਿਰ ਵੀ ਬੋਲਡ ਰਹੀ। ਮੇਰੇ ਹਸਬੈਂਡ ਦਾ ਬਹੁਤ ਹੱਥ ਸੀ, ਉਹਨਾਂ ਨੇ ਮੈਨੂੰ ਬਹੁਤ ਬੋਲਡ ਕਰ ਕਰਕੇ ਜੀਣ ਲਈ ਅੱਗੇ ਕੀਤਾ ਕਿ ਨਹੀਂ ਇਹ ਛੋਟੀਆਂ ਗੱਲਾਂ ਨੇ, ਹੈ ਨਾ, ਤੂੰ ਬਹੁਤ ਵੱਡੀ ਹੈ, ਤੂੰ ਵੱਡੀ ਸੋਚ ਦੀ ਮਾਲਕ ਬਣ, ਹੈ ਨਾ, ਸਾਰੇ ਬੱਚੇ ਆਪਣੇ ਹੈ, ਤੂੰ ਇੰਨਿਆਂ ਦੀ ਮਦਰ ਬਣ। ਚਲੋ ਸ਼ੁਕਰ ਹੈ ਵਾਹਿਗੁਰੂ ਦਾ, ਤੁਹਾਡੇ ਵਰਗੇ ਭੈਣ ਭਰਾਵਾਂ ਦਾ, ਕਿ ਕਿਸੇ ਦੀਆਂ ਦੁਆਵਾਂ ਸਦਕਾ ਮੇਰੇ ਘਰ ਹੈ ਨਾ 2 ਫੁੱਲ ਖਿੜੇ ਤੇ ਟਵਿੰਸ ਬੇਬੀ ਹਿੱਸਾ ਬਣੇ ਨੇ ਸਾਡੀ ਫੁਲਵਾੜੀ ਦਾ। ਸੋ ਜ਼ਿੰਦਗੀ ਬਹੁਤ ਪਤਾ ਹੀ ਨਹੀਂ ਹੁਣ ਕਦੋਂ ਦਿਨ ਚੜ੍ਹਦਾ, ਕਦੋਂ ਰਾਤ ਹੋ ਜਾਂਦੀ ਹੈ, ਉਹਨਾਂ ਨਾਲ ਭੱਜਦੇ ਦੌੜਦੇ, ਹੈ ਨਾ। ਬਹੁਤ ਸ਼ਰਾਰਤੀ ਨੇ, 2 ਟਵਿੰਸ ਬੱਚੇ ਹੈ, ਇੱਕ ਮੁੰਡਾ ਤੇ ਇੱਕ ਕੁੜੀ। ਬਿਲਕੁਲ ਬਿਲਕੁਲ। ਬਹੁਤ ਜ਼ਿਆਦਾ ਕਿਊਟ। ਜਦੋਂ ਸਾਨੂੰ ਪਤਾ ਲੱਗਿਆ ਕਿ ਟਵਿੰਸ ਨੇ ਪ੍ਰੈਗਨੈਂਸੀ ਦਾ, ਤੇ ਮੇਰੇ ਹਸਬੈਂਡ ਦੇ ਮੂੰਹ ਚੋਂ ਇੱਕਦਮ ਇਹ ਨਿਕਲਿਆ, ਕਹਿੰਦੇ 2 ਮੁੰਡੇ ਨਾ ਹੋਣ, 2 ਕੁੜੀਆਂ ਭਾਵੇਂ ਹੋ ਜਾਣ, ਹੈ ਨਾ। ਮਤਲਬ ਸਾਨੂੰ ਕੁੜੀ ਜ਼ਰੂਰ ਚਾਹੀਦੀ ਹੈ, ਪਰ ਪਰਮਾਤਮਾ ਨੇ ਫਿਰ ਕਿਹਾ ਚਲੋ ਮੈਂ ਤੁਹਾਨੂੰ ਦੋਨੋਂ ਦਿੰਦਾ, ਜੇ ਲੇਟ ਦਿੱਤੇ ਤਾਂ ਦੋਨੋਂ ਦੇਤੇ ਵੀ, ਲਓ ਤੁਸੀਂ ਮੁੰਡੇ ਦੀ ਵੀ ਖੁਸ਼ੀ ਦੇਖੋ ਤੇ ਕੁੜੀ ਦੀ ਵੀ ਦੇਖੋ, ਹੈ ਨਾ। ਇੰਨਾ ਟਾਈਮ ਇੰਤਜ਼ਾਰ ਕੀਤਾ ਤਾਂ ਇੰਤਜ਼ਾਰ ਦਾ ਫਲ ਬਹੁਤ ਜ਼ਿਆਦਾ ਮਿੱਠਾ ਬਣਾ। ਬਿਲਕੁਲ ਬਿਲਕੁਲ। ਸ਼ੁਕਰ ਹੈ ਉਸ ਵਾਹਿਗੁਰੂ ਦਾ, ਪਰਮਾਤਮਾ ਸਭ ਦੀਆਂ ਝੋਲੀਆਂ ਭਰੇ, ਵਾਹਿਗੁਰੂ ਸਭ ਦੀ ਸੁਣੇ। ਤੁਸੀਂ ਦੱਸ ਰਹੇ ਸੀਗੇ ਕਿ ਆਫਟਰ ਪ੍ਰੈਗਨੈਂਸੀ ਦੇ ਆਫਟਰ 6 ਮੰਥ ਹੀ ਉਹਨਾਂ ਦਾ ਬਰਥ ਹੋ ਗਿਆ ਸੀਗਾ, ਉਹ ਵੀ ਕਾਫੀ ਕੰਪਲਿਕੇਟ। ਜੀ ਜੀ ਹਾਂਜੀ, ਬਸ ਬਿਲਕੁਲ ਮਤਲਬ ਬਿਲਕੁਲ ਠੀਕ ਚੱਲ ਰਿਹਾ ਸੀ ਸਭ ਕੁਝ। ਅਚਾਨਕ 6 ਮੰਥ ਬਾਅਦ ਬਲੀਡਿੰਗ ਹੋਈ, ਹੈ ਨਾ, ਤੇ ਸੁੱਤੀ ਪਈ ਸੀ ਮੈਂ, ਮੈਨੂੰ ਤਾਂ ਪਤਾ ਵੀ ਨਹੀਂ, ਨਾ ਮੈਨੂੰ ਕੋਈ ਪ੍ਰੋਬਲਮ ਹੋਈ। ਫਿਰ ਮੇਰੀ 2 ਦਿਨ ਬਾਅਦ ਵਾਟਰ ਬੈਗ ਫਟ ਗਿਆ, ਮੇਰੀ ਬੇਬੀ ਨੀਚੇ ਆ ਗਈ, ਤੇ ਡਾਕਟਰਸ ਨੇ ਮੈਨੂੰ ਇੱਥੋਂ ਜਵਾਬ ਦੇ ਦਿੱਤਾ ਵੀ ਨਹੀਂ ਸਾਡੇ ਕੋਲ, ਅਸੀਂ ਨਾ ਇੰਨੇ ਛੋਟੇ ਬੱਚੇ ਨੂੰ ਬਚਾ ਸਕਦੇ ਹਾਂ, ਵੀ ਮੇਰਾ ਬਲੱਡ ਬਹੁਤ 6 ਗ੍ਰਾਮ ਰਹਿ ਗਿਆ ਸੀ, ਵੀ ਸਾਨੂੰ ਇਹਨਾਂ ਦੀ ਵੀ ਕੰਪਲਿਕੇਟਿਡ ਲੱਗਦੀ ਹੈ ਸਿਚੁਏਸ਼ਨ। ਫਿਰ DMC ਮੈਨੂੰ ਲੈ ਕੇ ਜਾਇਆ ਗਿਆ ਤੇ ਉੱਥੇ ਮੇਰੇ ਬੱਚਿਆਂ ਨੇ ਜਨਮ ਲਿੱਤਾ ਜੀ 6ਵੇਂ ਮਹੀਨੇ। ਹਾਂਜੀ 6 ਮਹੀਨੇ ਦੇ ਵਿੱਚ 2 ਦਿਨ ਮਤਲਬ ਰਹਿੰਦੇ ਸੀ ਕੰਪਲੀਟ ਹੋਣ 'ਚ। ਸੋ ਇਹ ਵਾਹਿਗੁਰੂ ਦੀ ਉਹ ਹੈ ਜੀ, ਕੁਛ ਵੀ ਹੋ ਸਕਦਾ ਸੀ। ਅਸੀਂ ਕਿਸੇ ਨਾਲ ਖੁਸ਼ੀ ਨਹੀਂ ਸਾਂਝੀ ਕਰ ਪਾਏ 2 ਮਹੀਨੇ, ਤਾਂ ਵੀ ਪਤਾ ਨਹੀਂ ਸਾਡੇ ਨਾਲ ਕੀ ਹੋਣਾ ਹੈ, ਸ਼ਾਇਦ ਇਹ ਵੀ ਕੋਈ ਇਮਤਿਹਾਨ ਰਹਿ ਗਿਆ ਸੀ। ਪਰ ਪਰਮਾਤਮਾ ਨੇ ਉੱਥੋਂ ਵੀ ਸਾਨੂੰ ਹੱਥ ਦੇ ਕੇ ਕੱਢਿਆ, ਤੇ ਮੈਂ ਸ਼ੁਕਰ ਹੈ ਉਸ ਦਾਤੇ ਦਾ, ਵਾਹਿਗੁਰੂ ਦਾ, ਕਿ ਹਰ ਇੱਕ ਬੰਦੇ ਨੂੰ ਇੱਦਾਂ ਹੀ ਔਕੜਾਂ 'ਚੋਂ ਕੱਢੇ ਪਰਮਾਤਮਾ, ਹੈ ਨਾ। ਉਹ ਬਹੁਤ ਗ੍ਰੇਟ ਹੈ। ਸੋ ਅੱਜ ਮੇਰੇ ਬੱਚੇ ਠੀਕ ਨੇ, ਖੁਸ਼ ਨੇ, ਕੋਈ ਉਹਨਾਂ 'ਚ ਇੱਦਾਂ ਦੀ ਗੱਲ ਨਹੀਂ ਹੈ ਕਿ ਉਹ 6 ਮੰਥ ਦੇ ਪੈਦਾ ਹੋਏ ਨੇ, ਹੈਲਦੀ ਹੈ। ਸੋ ਥੈਂਕਫੁਲ ਹਾਂ ਪਰਮਾਤਮਾ ਦੀ। ਜੇ ਮੈਂ ਗੱਲ ਕਰਾਂ ਕਿ ਅੱਜ ਕੱਲ੍ਹ ਨੌਜਵਾਨ ਨੇ ਜਿਹੜੇ, ਉਹ ਪੰਜਾਬੀ ਇੰਡਸਟਰੀ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਅਸੀਂ ਰਾਤੋਂ ਰਾਤ ਜਿਹੜੇ ਹਿੱਟ ਹੋ ਜਾਈਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਤੁਹਾਡਾ ਐਕਸਪੀਰੀਅੰਸ ਹੈਗਾ, ਤੁਸੀਂ ਬਹੁਤ ਸਟਰਗਲ ਜ਼ਿੰਦਗੀ ਦੇ ਵਿੱਚ ਕੀਤੀ ਹੈ, ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ? ਰਜੇ ਬਹੁਤ ਸ਼ਾਰਟ ਵੇ ਨਾਲ ਤੁਹਾਨੂੰ ਉਹ ਮਿਲਦੀ ਹੈ ਨਾ, ਦੇਖੋ, ਹੈ ਨਾ। ਅਸੀਂ ਉਹ ਤਾਂ ਹੈ ਨਹੀਂ ਆ ਕਿ ਸਾਡੇ ਫਾਦਰ ਸਾਡੇ ਲਈ ਫਿਲਮ ਬਣਾ ਦੇਣਗੇ, ਜਾਂ ਸਾਡੇ ਕੋਲ ਇੰਨਾ ਪੈਸਾ ਅਸੀਂ ਆਪਣੀ ਫਿਲਮ ਪੂਰੀ ਖੁਦ ਬਣਾ ਕੇ ਪ੍ਰੋਡਿਊਸ ਕਰਕੇ ਆਪਣੇ ਆਪ ਨੂੰ ਅੱਗੇ ਲੈ ਆਈਏ, ਹੈ ਨਾ। ਜਿਹੜਾ ਸਟਰਗਲ ਦਾ ਰਸਤਾ ਹੈ ਨਾ, ਚਲੋ ਉਹ ਲੰਬਾ ਹੈ, ਉਹ ਤੁਹਾਨੂੰ ਤਰਾਸ਼ ਜ਼ਰੂਰ ਦਿੰਦਾ ਹੈ ਨਾ। ਤੁਸੀਂ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਚਣਾ ਮਿਚਣਾ ਸਿੱਖ ਜਾਂਦੇ ਹੋ। ਹੁਣ ਤਾਂ ਇੰਨੀਆਂ ਫੈਸਿਲਿਟੀਜ਼ ਹੋ ਗਈਆਂ ਰਜੇ, ਕਿੱਥੇ ਅਸੀਂ ਬੱਸਾਂ 'ਚ ਧੱਕੇ ਖਾਂਦੇ ਜਾਂਦੇ ਸੀ। ਮੈਂ ਮਲੋਟ ਰਹਿੰਦੀ ਸੀਗੀ, ਮੈਰਿਜ MA ਥੀਏਟਰ ਕਰਨ ਤੋਂ ਬਾਅਦ ਮਲੋਟ, ਹੈ ਨਾ, ਚਲੀ ਜਾਂਦੀ ਸੀ, ਅਤੇ ਉੱਥੋਂ ਮੈਂ ਦੂਰਦਰਸ਼ਨ ਲਈ ਕੰਮ ਕੀਤਾ। ਤੁਸੀਂ ਦੇਖੋ ਸਰਦੀਆਂ ਦੇ ਮਹੀਨੇ ਹੁੰਦੇ ਸੀ ਜਦੋਂ ਮੈਂ 3:30 ਵਜੇ ਉੱਠ ਕੇ ਬੱਸ ਫੜਦੀ ਸੀ। ਲੋਕੀ ਉਦੋਂ ਮਤਲਬ ਰਜਾਈਆਂ 'ਚ ਪਏ ਹੁੰਦੇ ਸੀ, ਅਤੇ ਮੈਨੂੰ ਮੈਂ ਆਪਣੇ ਹਸਬੈਂਡ ਨੇ ਮੇਰੇ ਨੂੰ ਡਿਊਟੀ ਜਾਣਾ ਹੁੰਦਾ, ਮੈਂ ਕਹਿਣਾ ਤੁਸੀਂ ਰਾਤ ਨੂੰ ਵੀ ਲੈਣ ਆਉਣਾ, ਹੁਣ ਨਾ ਤੁਸੀਂ ਉੱਠਿਓ, ਅਤੇ ਮੈਨੂੰ ਕੋਈ ਰਿਕਸ਼ਾ ਨਾ ਮਿਲਣਾ, ਕੋਈ ਆਟੋ ਨਾ ਮਿਲਣਾ, ਮੈਂ ਤੁਰੇ ਜਾਣਾ, ਹੈ ਨਾ, ਇਕੱਲੀ ਨੇ। ਇੰਨਾ ਧੁੰਦਾਂ ਹੋਣੀਆਂ ਠੰਡ 'ਚ, ਫਿਰ PRTC ਦੀਆਂ ਟੁੱਟੀਆਂ ਦੀਆਂ ਬੱਸਾਂ, ਹੈ ਨਾ, ਉਹਨਾਂ 'ਚ ਮਤਲਬ ਠੋਠਰ ਕਰਦੇ ਜਾਣਾ, ਕਿਤੇ ਵਾਸ਼ਰੂਮ ਜਾਣ ਨੂੰ ਥਾਂ ਨਹੀਂ ਰਸਤੇ 'ਚ, ਹੈ ਨਾ, ਭੁੱਖਣ ਭਾਣੇ, ਫਿਰ ਪਹੁੰਚਣਾ ਦੂਰਦਰਸ਼ਨ 'ਤੇ ਜਾਂ ਰੇਡੀਓ 'ਤੇ। ਕੀ 550 ਰੁਪਇਆ ਉਦੋਂ ਸਾਨੂੰ ਉਹਦਾ ਮਿਲਦਾ ਹੁੰਦਾ ਸੀ, ਪਰ ਉਹਦਾ ਵੀ ਇੰਨਾ ਸਕੂਨ ਸੀ ਕਿ ਅਸੀਂ ਪਤਾ ਨਹੀਂ ਕੀ ਕਰਕੇ ਆਏ। ਇੱਕ ਜਨੂਨ ਹੁੰਦਾ ਸੀ, ਉਹ ਜਨੂਨ ਤੁਹਾਨੂੰ ਤਰਾਸ਼ਦਾ। ਉੱਥੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਦੂਰਦਰਸ਼ਨ ਰੇਡੀਓ ਤਾਂ ਆਪਣੇ ਆਪ ਦੇ ਵਿੱਚ ਅਲੱਗ ਵਿਧਾ ਹੈ ਨਾ, ਉੱਥੋਂ ਕਿੰਨਾ ਕੁਛ ਸਿੱਖਦੇ ਹੋ ਤੁਸੀਂ। ਫਿਰ TV ਨੂੰ ਉੱਥੇ ਵੱਖਰੇ ਆਰਟਿਸਟਾਂ ਨੂੰ ਮਿਲਦੇ ਹੋ, ਉੱਥੋਂ ਸਿੱਖਿਆ। ਸੋ ਜਿਹੜੀ ਇਹ ਲੰਬੀ ਜਰਨੀ ਹੈ ਨਾ, ਇਹ ਤੁਹਾਨੂੰ ਤਰਾਸ਼ਦੀ ਹੈ, ਇਹ ਤੁਹਾਨੂੰ ਨਿਖਾਰਦੀ ਹੈ, ਤੁਹਾਨੂੰ ਹਰ ਤਰ੍ਹਾਂ ਦੇ ਕਰੈਕਟਰ ਕਰਨ ਲਈ, ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਢਲਣ ਲਈ। ਸੋ ਜਦੋਂ ਤੁਸੀਂ ਸੋਚਦੇ ਹੋ ਵੀ ਰਾਤੋਂ ਰਾਤ ਸਟਾਰ ਬਣ ਜਾਈਏ, ਤੁਹਾਨੂੰ AC ਲੱਗੇ, ਹੁਣ ਉੱਦਾਂ ਦੀਆਂ ਗੱਡੀਆਂ ਮਿਲਣ, ਉਹ ਲੱਕਲੀ ਹੈ ਕਿ ਤੁਸੀਂ ਬਹੁਤ ਉੱਚੀ ਉਡਾਰੀ ਮਾਰ ਲਓ। ਅਦਰਵਾਈਜ਼ ਫਿਰ ਥੋੜ੍ਹੀ ਦੇਰ ਬਾਅਦ ਤੁਸੀਂ, ਹੈ ਨਾ, ਨੀਚੇ ਤੁਹਾਨੂੰ ਆਉਣਾ ਪੈਂਦਾ। ਅਗਲਾ ਕਹਿੰਦਾ ਵੀ ਉਹਦੇ ਤਾਂ ਬਹੁਤ ਨਖਰੇ, ਜਾਂ ਤੁਸੀਂ ਆਪਣੇ ਆਪ ਨੂੰ ਤਰਾਸ਼ ਨਹੀਂ ਪਾਉਂਦੇ,
ਮੈਨੂੰ ਲੱਗਦਾ ਹੈ ਕਿ ਸਟਰਗਲ ਤੁਹਾਨੂੰ ਜਿਹੜੀ ਹੈ ਉਹ ਨਿਖਾਰਦੀ ਹੈ। ਬਾਕੀ ਸਭ ਦਾ ਆਪਣਾ ਆਪਣਾ ਐਕਸਪੀਰੀਅੰਸ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਉਸ ਸਟਰਗਲ ਨੇ ਸਾਨੂੰ ਅਦਾਕਾਰੀ ਦੇ ਤੌਰ ਦੇ ਉੱਤੇ ਬਹੁਤ ਵੱਡਾ ਕੀਤਾ, ਤੁਹਾਡੇ ਵਿਜ਼ਨ ਨੂੰ। ਹਾਂਜੀ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਅਖੀਰ ਤੇ, ਆਪਣੇ ਦਰਸ਼ਕਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ? ਦਰਸ਼ਕਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਇਸੇ ਤਰ੍ਹਾਂ ਜਿਵੇਂ ਦਾ ਸ਼ੁਰੂ ਤੋਂ ਮੈਂ ਕੰਮ ਕੀਤਾ, ਮੈਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਮੈਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਮੈਂ ਤੁਹਾਡੇ ਲਈ ਕੰਮ ਕਰਦੀ ਹਾਂ, ਤੁਹਾਡੇ ਲਈ ਖੜ੍ਹੀ ਹਾਂ, ਹੈ ਨਾ। ਅਦਾਕਾਰ ਦੀ ਲਾਈਫ ਹੀ ਜਿਹੜੀ ਹੁੰਦੀ ਹੈ ਉਹ ਤੁਹਾਡੇ ਕਰਕੇ ਹੁੰਦੀ ਹੈ, ਕਿਉਂਕਿ ਤੁਸੀਂ ਨਹੀਂ ਹੋ ਤਾਂ ਅਸੀਂ ਨਹੀਂ ਹੈਗੇ, ਹੈ ਨਾ। ਸਾਨੂੰ ਕਿਹਨੇ ਦੇਖਣਾ? ਸਾਡੀ ਵੈਲਿਊ ਤੁਹਾਡੇ ਕਰਕੇ, ਅਸੀਂ ਤੁਹਾਡੇ ਪਰਿਵਾਰ ਦਾ ਹਿੱਸਾ। ਅਤੇ ਤੁਸੀਂ ਹਮੇਸ਼ਾ ਆਪਣਾ ਪਿਆਰ ਸਤਿਕਾਰ ਸਾਡੇ ਨਾਲ ਰੱਖਿਓ ਅਤੇ ਤੁਹਾਡੀਆਂ ਉਮੀਦਾਂ 'ਤੇ ਅਸੀਂ ਖਰੇ ਉਤਰਨ ਦੀ ਹਮੇਸ਼ਾ ਕੋਸ਼ਿਸ਼ ਕਰਾਂਗੇ। ਅਤੇ ਇਸੇ ਤਰ੍ਹਾਂ ਆਪਣੀਆਂ ਦੁਆਵਾਂ 'ਚ ਸਾਨੂੰ ਰੱਖਿਓ ਅਤੇ ਤੁਸੀਂ ਵੀ ਹੱਸਦੇ ਵਸਦੇ ਰਹੋ, ਤੰਦਰੁਸਤ ਰਹੋ। ਸਾਡੀਆਂ ਵੀ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਰਹਿਣ। ਅਖੀਰ ਤੇ ਇੱਕ ਡਾਇਲੋਗ ਹੋਰ ਹੋ ਜਾਏ। ਡਾਇਲੋਗ ਮੈਨੂੰ ਕੁਛ ਯਾਦ ਤਾਂ ਹੈ ਨਹੀਂ, ਹੁਣੇ ਮੈਂ ਮੋਹ ਵੀ ਕਰਕੇ ਆਈ ਹਾਂ। ਮੈਨੂੰ ਕੋਈ ਵੀ ਸੁਣਾ। ਮੈਨੂੰ ਇੱਕ ਮੇਰੇ ਪਲੇ ਦਾ ਡਾਇਲੋਗ ਯਾਦ ਹੈ। ਵੀਨਾ ਵਰਮਾ ਦੀ ਸਟੋਰੀ ਮੈਂ ਖੇਡੀ ਸੀਗੀ, ਨਵਰਿੰਦਰਾ ਬਹਿਲ ਜੀ ਨੇ ਡਾਇਰੈਕਟ ਕੀਤਾ ਸੀਗਾ ਉਹਨੂੰ। ਉਹ ਇਹੋ ਜਿਹੀ ਸਟੋਰੀ ਸੀ ਜਿਹਦੇ ਵਿੱਚ ਮੈਂ ਇਕੱਲੀ ਹੋਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਟੇਜ 'ਤੇ ਰਹਿੰਦੀ ਹਾਂ। 1.5 ਘੰਟੇ ਦਾ ਪਲੇ ਸੀਗਾ ਅਤੇ ਉਹਦੀ ਉਸ ਜਰਨੀ ਦੇ ਵਿੱਚ ਇੱਕ ਵਾਰੀ ਸਟੇਜ 'ਤੇ ਆ ਗਏ, ਉਹ ਸਟੇਜ ਤੋਂ ਉਤਰਦੀ ਨਹੀਂ ਹੈਗੀ ਲੇਡੀ, ਉਹ ਕਰੈਕਟਰ। ਅਤੇ ਉਹਦੇ ਵਿੱਚ ਉਹਦਾ ਯੰਗ ਏਜ, ਉਹਦਾ ਬੁਢਾਪਾ, ਉਹਦਾ ਅਤੀ ਬੁਢਾਪਾ ਜਦੋਂ ਮਰਨ ਕਿਨਾਰੇ ਹੁੰਦੀ ਹੈ, ਉਹ ਸਭ ਕੁਛ ਸਟੇਜ 'ਤੇ ਹੀ ਹੁੰਦਾ। ਅਤੇ ਫਿਰ ਚੁੰਨੀ ਬਦਲ ਕੇ ਅਤੇ ਹੈ ਨਾ ਐਕਟਿੰਗ ਦੇ ਥਰੂ ਉਹਨੂੰ ਮੈਨੇਜ ਕਰਨਾ ਹੁੰਦਾ। ਉਹਦਾ ਉਹ ਔਰਤ ਹੈ ਕਿ ਇੱਕ ਅਨਪੜ੍ਹ ਔਰਤ ਕਿਵੇਂ ਆਪਣੇ ਹਸਬੈਂਡ ਵੱਲੋਂ ਠੱਗੀ ਜਾਂਦੀ ਹੈ ਅਤੇ ਉਹਨੂੰ ਪਿੱਛੇ ਪਿੱਛੇ ਉਹਦੇ ਫੋਰਨ ਚਲੀ ਜਾਂਦੀ ਹੈ ਨਾ। ਉੱਥੇ ਦਾ ਇੱਕ ਡਾਇਲੋਗ ਸੁਣਾਉਂਦੀ ਹਾਂ। ਮੈਂ ਜਦ ਵੀ ਇਸ ਕਮਰੇ 'ਚ ਆ ਕੇ ਬਹਿੰਦੀ ਹਾਂ, ਮੇਰੀ ਸਾਰੀ ਜ਼ਿੰਦਗੀ ਮੇਰੀਆਂ ਅੱਖਾਂ ਅੱਗੋਂ ਇੱਕ ਫਿਲਮ ਵਾਂਗੂ ਘੁੰਮ ਜਾਂਦੀ ਹੈ। 20 ਸਾਲ ਪਹਿਲਾਂ ਆਈ ਸੀ ਮੈਂ ਇਸ ਦੇਸ਼ ਵਿੱਚ, ਬਿਨਾਂ ਸੱਦੇ, ਬਿਨਾਂ ਬੁਲਾਏ। ਤੋਂ ਛੋਟੇ ਛੋਟੇ ਬੱਚਿਆਂ ਨਾਲ। ਮੇਰੀ ਬੇਟੀ ਤਾਂ ਹਜੇ ਮੇਰੀ ਕੁੱਖ 'ਚ ਸੀ। ਮੇਰਾ ਪਤੀ ਮੇਰੇ ਤੋਂ 5 ਸਾਲ ਪਹਿਲਾਂ ਇੱਥੇ ਆ ਗਿਆ ਸੀ। ਉਹਨੇ ਤਾਂ ਆਪਣੀ ਧੀ ਦਾ ਮੋਹ ਵੀ ਨਹੀਂ ਸੀ ਦੇਖਿਆ। ਪਰ ਜਦੋਂ ਮੈਂ ਇੱਥੇ ਆਈ, ਉਹਨੇ ਮੈਨੂੰ ਪਛਾਣਨ ਤੋਂ ਵੀ ਨਾ ਕਰ ਦਿੱਤੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਅਣਜਾਣ ਮੁਲਕ ਦੇ ਵਿੱਚ ਆਪਣੇ 2 ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂ। ਮੈਂ ਇੱਕ ਟੁੱਟੇ ਜਿਹੇ ਘਰ ਵਿੱਚ 2 ਰਾਤਾਂ ਬਿਤਾਈਆਂ। ਬਰਫ਼ ਪੈ ਰਹੀ ਸੀ ਤੇ ਮੇਰੇ ਕੋਲ ਕੋਈ ਕੱਪੜਾ ਵੀ ਨਹੀਂ ਸੀ ਆਪਣੇ ਬੱਚਿਆਂ ਨੂੰ ਦੇਣ ਲਈ। ਮੈਂ ਉਹਨਾਂ ਨੂੰ ਸਾਰੀ ਰਾਤ ਆਪਣੇ ਲੋਕਾਂ 'ਚ ਲੈ ਕੇ ਬੈਠੀ ਰਹੀ। ਤੀਜੇ ਦਿਨ ਮੇਰਾ ਦਰਵਾਜ਼ਾ ਖੜਕਿਆ। ਮੈਂ ਹੌਲੀ ਹੌਲੀ ਉੱਠੀ। ਇਹ ਤੂਫਾਨ ਸੀ। ਮੈਂ ਡਿੱਗਦੀ ਡਰਦੀ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਗੁਆਂਢੀ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਕਿ ਉਹ ਬੂਹਾ ਖੋਲਦਾ, ਮੈਂ ਤੇ ਮੇਰੇ ਬੱਚੇ ਭੁੱਖ ਨਾਲ ਬੇਹੋਸ਼ ਹੋ ਗਏ। ਵਾਹ ਜੀ ਵਾਹ। ਇਹ ਸਨ ਮੈਡਮ ਅਨੀਤਾ ਮੀਤ ਜੀ ਸਾਡੇ ਨਾਲ, ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਇੰਡਸਟਰੀ ਦੇ ਵਿੱਚ ਪਿਆਰ ਦੇ ਰਹੇ ਹੋ ਅਤੇ ਇਹਨਾਂ ਨੇ ਆਪਣੇ ਜਿਹੜੇ ਕਿਰਦਾਰ ਨੇ ਬਾਖੂਬੀ ਨਿਭਾਏ ਨੇ। ਉਮੀਦ ਹੈ ਵੀਡੀਓ ਪਸੰਦ ਆਈ ਹੋਣੀ ਹੈ, ਇੰਟਰਵਿਊ ਤੁਹਾਨੂੰ ਪਸੰਦ ਆਈ ਹੋਣੀ ਹੈ। ਅਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਸਾਨੂੰ ਵੀਡੀਓ ਦੇ ਨੀਚੇ ਜ਼ਰੂਰ ਦੱਸਿਓ ਕਿ ਇੰਟਰਵਿਊ ਦੇ ਵਿੱਚ ਤੁਹਾਨੂੰ ਕਿਹੜੀ ਗੱਲ ਚੰਗੀ ਲੱਗੀ। ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਇਸੇ ਦੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਅਤੇ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹੋ ਬੋਲੀ ਹੌਲੀ ਬਾਬਾ।